ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰੀਜ਼ ਲਰਨਿੰਗ ਹੱਬ ਦੇ ਉੱਪਰ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜਿਸ ਦੇ ਲਈ ਤੁਹਾਨੂੰ ਸਾਡਾ YouTube ਚੈਨਲ ਗੁਰੀਜ਼ ਲਰਨਿੰਗ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ ਅਤੇ ਸਾਡੇ ਚੈਨਲ ਨੂੰ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਤੁਸੀਂ ਆਪਣੀ ਪ੍ਰੈਪਰੇਸ਼ਨ ਲਈ ਹੈਂਡ ਰਿਟਨ ਨੋਟਸ ਚਾਹੁੰਦੇ ਹੋ ਜਾਂ ਫਿਰ ਆਪਣੀ ਪ੍ਰੈਕਟਿਸ ਦੇ ਲਈ MCQs PYQs ਦੀ ਸੀਰੀਜ਼ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਸਰਚ ਆਈਕਨ ਵਿੱਚ ਜਾ ਕੇ ਗੁਰੀਜ਼ ਲਰਨਿੰਗ ਹੱਬ ਚੈਨਲ ਨੂੰ ਸਰਚ ਕਰੋ ਅਤੇ ਸਾਡੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਜੇਕਰ ਤੁਹਾਡਾ ਕਿਸੇ ਕੁਐਸਚਨ ਦੇ ਰਿਲੇਟਡ ਡਾਊਟ ਹੈ ਜਾਂ ਕੋਈ ਤੁਹਾਡੀ ਇਨਕੁਆਇਰੀ ਹੈ, ਤੁਸੀਂ ਸਾਨੂੰ ਇੰਸਟਾਗ੍ਰਾਮ ਹੈਂਡਲ ਗੁਰੀਜ਼ ਲਰਨਿੰਗ ਹੱਬ 'ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰੂੰਗੀ ਤੁਹਾਡਾ ਕੁਐਸਚਨ ਦਾ ਜਲਦੀ ਤੋਂ ਜਲਦੀ ਆਨਸਰ ਦੇਣ ਦੀ। ਹਾਂਜੀ ਰਾਜੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ PSTET ਦਾ ਪੇਪਰ ਹੈ ਉਹ 1 ਦਸੰਬਰ 2024 ਨੂੰ ਹੋਣ ਜਾ ਰਿਹਾ ਹੈ, ਜਿਸ ਦੇ ਰਿਲੇਟਡ ਅਸੀਂ ਸਾਡੀ ਸਾਈਕੋਲੋਜੀ ਮਨੋਵਿਗਿਆਨ ਦੀ ਸੀਰੀਜ਼ ਹੈ ਜਿਹੜੀ ਸਟਾਰਟ ਕੀਤੀ ਹੋਈ ਹੈ। ਇਸ ਦੇ ਲਈ ਸਾਡੀ ਅੱਜ ਦੀ ਜਿਹੜੀ 8ਵੀਂ ਕਲਾਸ ਹੈ, ਅਸੀਂ ਇਸ ਤੋਂ ਪਹਿਲਾਂ ਇਸ ਦੀਆਂ 7 ਕਲਾਸਾਂ ਲਗਾ ਚੁੱਕੇ ਹਾਂ। ਜੇਕਰ ਤੁਸੀਂ ਉਹ ਕਲਾਸਾਂ ਨਹੀਂ ਦੇਖੀਆਂ ਤਾਂ ਤੁਸੀਂ ਜਾ ਕੇ ਮੇਰੀ ਰਿਕੁਐਸਟ ਹੈ ਕਿ ਉਹਨਾਂ ਕਲਾਸਿਸ ਨੂੰ ਦੇਖੋ, ਕਿਉਂਕਿ ਅਸੀਂ ਇਸ ਦੇ ਵਿੱਚ PYQs ਦੀ ਸੀਰੀਜ਼ ਕਰ ਰਹੇ ਹਾਂ, ਜਿਹੜੇ ਪ੍ਰੀਵੀਅਸ ਈਅਰ ਪੇਪਰਸ ਨੇ, ਪਹਿਲਾਂ ਤੁਹਾਡੇ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ। ਜੇਕਰ ਤੁਹਾਨੂੰ ਇਹਨਾਂ ਕਲਾਸਿਸ ਦਾ ਲਿੰਕ ਚਾਹੀਦਾ ਹੈ ਤਾਂ ਮੈਂ ਆਈ ਬਟਨ ਦੇ ਵਿੱਚ ਇਹਨਾਂ ਕਲਾਸਿਸ ਦਾ ਲਿੰਕ ਦੇ ਦੂੰਗੀ ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਹਾਂਜੀ, ਤਾਂ ਚਲੋ ਟਾਈਮ ਵੇਸਟ ਕੀਤੇ ਬਿਨਾਂ ਸਾਡੀ ਅੱਜ ਦੀ ਜਿਹੜੀ ਕਲਾਸ ਹੈ ਅਸੀਂ ਸਟਾਰਟ ਕਰਦੇ ਹਾਂ। ਜਿਹੜਾ ਸਾਡਾ ਅੱਜ ਦੀ ਕਲਾਸ ਦਾ ਫਸਟ ਕੁਐਸਚਨ ਹੈ, ਤਾਂ ਦੇਖੋ ਇਸ ਦੇ ਵਿੱਚ ਕੀ ਪੁੱਛਿਆ ਗਿਆ ਗਾ। ਇਸ ਦੇ ਵਿੱਚ ਦੇਖੋ ਰਾਜੇ ਕੀ ਕਰਨਾ ਹੈ, ਮੈਚ ਦਾ ਫੋਲੋਇੰਗ ਹੇਠ ਲਿਖੇ ਨਾਲ ਮੇਲ ਕਰੋ। ਫੋਰਮੇਟਿਵ ਔਨਲਾਈਨ ਅਸੈਸਮੈਂਟ ਟੂਲ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਫੋਰਮੇਟਿਵ FA ਦਾ ਮਤਲਬ ਕੀ ਹੁੰਦਾ ਹੈ। ਫੋਰਮੇਟਿਵ ਅਸੈਸਮੈਂਟ ਉਹ ਅਸੈਸਮੈਂਟ ਹੁੰਦੀ ਹੈ ਜਿਹੜੇ ਅਸੀਂ ਪੂਰਾ ਸਾਲ, ਜਿਹੜਾ ਸਾਡਾ ਮਤਲਬ ਈਅਰ ਹੁੰਦਾ ਕੰਪਲੀਟ, ਪੂਰਾ ਸਾਲ ਅਸੀਂ ਬੱਚੇ ਨੂੰ ਕੀ ਕਰਦੇ ਹਾਂ, ਅਬਜ਼ਰਵ ਕਰਦੇ ਰਹਿੰਦੇ ਆਂਗੇ। ਠੀਕ ਹੈ, ਵਿੱਚ ਦੀ ਅਸੀਂ ਕੀ ਕਰਨੇ, ਅਬਜ਼ਰਵ ਕਰਦੇ ਹਾਂ ਬੱਚੇ ਨੂੰ, ਕੁਇਜ਼ ਲੈ ਲਿਆ ਬੱਚੇ ਦਾ, ਕੋਈ MCQ ਵੈਸੇ ਪੁੱਛ ਲਏ ਬੱਚੇ ਤੋਂ, ਓਰਲੀ ਟੈਸਟ ਲੈ ਲਿਆ। ਅਤੇ ਦੂਸਰੇ ਪਾਸੇ ਜਿਹੜੀ ਸੋਮੇਟਿਵ ਹੁੰਦੀ ਹੈਗੀ, essay ਹੁੰਦੀ ਹੈ, ਇਹ ਕੀ ਹੁੰਦੀ ਹੈ, ਜਿਹੜੀ ਕੀ ਹੁੰਦੀ ਹੈਗੀ ਈਅਰ ਦੇ ਐਂਡ 'ਤੇ ਹੁੰਦੀ ਹੈ, ਤੁਹਾਡੇ ਲਾਸਟ 'ਤੇ ਐਗਜ਼ਾਮੀਨੇਸ਼ਨਸ ਜਿਹੜੇ ਹੁੰਦੇ ਆਗੇ ਬਿਲਕੁਲ ਲਾਸਟ 'ਤੇ ਹੁੰਦੇ ਆ, ਉਸਨੂੰ ਐਸੇ ਕਹਿੰਦੇ ਆਗੇ। ਤਾਂ ਦੇਖੋ ਰਾਜੇ ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਪੁੱਛਿਆ ਸਾਨੂੰ ਕਿ ਇਹ ਮੈਚ ਕਰਨੇ ਨੇ ਤੁਸੀਂ ਨੇ। ਫੋਰਮੇਟਿਵ ਔਨਲਾਈਨ ਟੈਸਟ ਟੂਲ, ਤਾਂ ਦੇਖੋ ਫੋਰਮੇਟਿਵ ਔਨਲਾਈਨ ਟੈਸਟ ਟੂਲ ਕਿਹੜਾ ਹੁੰਦਾ ਗਾ, ਵੀਕਲੀ ਸੈਲਫ ਟੈਸਟ ਕੁਇਜ਼। ਮਤਲਬ ਕੀ ਹੈਗਾ ਕਿ ਹਫਤਾਵਾਰੀ ਸਵੇ ਟੈਸਟ ਕੁਇਜ਼, ਆਪਣੇ ਆਪ ਪੂਰਾ ਵੀਕ ਅਸੀਂ ਕੀ ਕਰਦੇ ਹਾਂ, ਆਪਣਾ ਟੈਸਟ ਲੈਂਦੇ ਹਾਂ, ਆਪਣੀ ਕੁਇਜ਼ ਲਗਾਉਂਦੇ ਹਾਂ, ਜਿਸ ਦੇ ਨਾਲ ਸਾਨੂੰ ਆਪਣਾ ਪਤਾ ਲੱਗ ਜਾਂਦਾ ਹੈਗਾ। ਅਸੀਂ ਆਪਣੇ ਆਪ ਨੂੰ ਕੀ ਕਰ ਸਕਦੇ ਹਾਂ, ਡਾਇਗਨੋਸ ਕਰ ਸਕਦੇ ਹਾਂ ਕਿ ਸਾਡੀ ਕਿੰਨੀ ਕੁ ਪ੍ਰੈਕਟਿਸ ਹੋ ਗਈ, ਕਿੰਨੀ ਕੁ ਤਿਆਰੀ ਹੋ ਗਈ। ਜਿਵੇਂ ਕਿ ਤੁਸੀਂ ਔਨਲਾਈਨ ਕਲਾਸ ਦਾ ਲਗਾਉਂਦੇ ਹੋਗੇ, ਜਦੋਂ ਤੁਸੀਂ ਦੇਖੋ ਮੌਕ ਟੈਸਟ ਵਗੈਰਾ ਕੋਈ ਔਨਲਾਈਨ ਕਲਾਸ ਲਗਾਉਂਦੇ ਹੋ, ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੀ ਕਰਦੇ ਹੋ, ਸੈਲਫ ਕੀ ਕਰਦੇ ਹੋ, ਡਾਇਗਨੋਸ ਕਰਦੇ ਹੋ। ਅਤੇ ਇਹ ਟੈਸਟ ਰਾਜੇ ਕਦੋਂ ਹੁੰਦਾ, ਵੀਕਲੀ ਹੁੰਦਾ, ਹਫਤਾਵਾਰੀ ਹੁੰਦਾ। ਤਾਂ ਇਹ ਬਿਲਕੁਲ ਸਹੀ ਹੈ। ਫਸਟ ਦਾ ਜਿਹੜੀ ਤੁਹਾਡਾ ਮੈਚ ਹੋਊਗਾ, ਇਹ A ਦਾ ਜਿਹੜਾ ਮੈਚ ਹੈ ਇਹ ਤੁਹਾਡਾ ਇਸੇ ਨਾਲ ਫਸਟ ਨਾਲ ਹੀ ਹੋਊਗਾ, ਕਿਉਂਕਿ ਫੋਰਮੇਟਿਵ ਔਨਲਾਈਨ ਮੁਲਾਂਕਣ ਕਿਵੇਂ ਹੁੰਦਾ ਹੈਗਾ, ਟੈਸਟ ਕੁਇਜ਼ ਲਗਾ ਕੇ, ਵੀਕਲੀ ਲਗਾ ਕੇ। ਉਸ ਤੋਂ ਬਾਅਦ ਰਾਜੇ ਪੁੱਛਿਆ ਹੈਗਾ ਸੁਮੇਟਿਵ ਔਨਲਾਈਨ ਅਸੈਸਮੈਂਟ ਟੂਲ। ਠੀਕ ਹੈ, ਸੰਖੇਪ ਔਨਲਾਈਨ ਮੁਲਾਂਕਣ ਟੂਲ, ਤਾਂ ਇੰਡੀਵਿਜੂਅਲ ਲੈਬੋਰੇਟਰੀ ਰਿਪੋਰਟ। ਹਾਂ ਰਾਜੇ ਬਿਲਕੁਲ ਸਹੀ ਹੈਗਾ, ਕਿਉਂਕਿ ਦੇਖੋ ਵਿਅਕਤੀਗਤ ਪ੍ਰਯੋਗਸ਼ਾਲਾ ਰਿਪੋਰਟ, ਇਸ ਦੇ ਵਿੱਚ ਕੀ ਹੈ, ਰਿਪੋਰਟ ਦਾ ਮਤਲਬ ਕੀ ਹੁੰਦਾ, ਰਿਪੋਰਟ ਹੁੰਦਾ ਇੱਕ ਫਾਈਨਲ ਸਬਮਿਸ਼ਨ। ਜਦੋਂ ਅਸੀਂ ਮੰਨ ਲਓ ਤੁਸੀਂ ਲੈਬ ਦੇ ਵਿੱਚ ਕੋਈ ਪ੍ਰੈਕਟਿਸ ਕਰ ਰਹੇ ਹੋ, ਹੈ ਨਾ, ਕੋਈ ਐਕਸਪੈਰੀਮੈਂਟ ਕਰ ਰਹੇ ਹੋ, ਤੁਸੀਂ ਸਾਰਾ ਰਿਜ਼ਲਟ ਜਦੋਂ ਕਰ ਰਹੇ ਹੋਗੇ, ਕੋਈ ਐਕਸਪੈਰੀਮੈਂਟ ਕਰੀ ਜਾ ਰਹੇ ਹੋ, ਤਾਂ ਤੁਸੀਂ ਕੀ ਉਹ ਵਰਕਿੰਗ ਦੇ ਵਿੱਚੋਂ ਕੰਟੀਨਿਊਸ ਤੁਹਾਡਾ ਕੰਮ ਚੱਲ ਰਿਹਾ, ਤਾਂ ਉਹ ਤੁਹਾਡੀ ਫੋਰਮੇਟਿਵ ਹੋ ਗਈ। ਬਟ ਤੁਸੀਂ ਇੱਥੇ ਕੀ ਕਰਤਾ, ਜਦੋਂ ਲਾਸਟ 'ਤੇ ਤੁਸੀਂ ਆਪਣਾ ਰਿਜ਼ਲਟ ਕੱਢ ਕੇ ਕੰਪਲੀਟ ਆਪਣੀ ਰਿਪੋਰਟ ਤਿਆਰ ਕਰਤੀ, ਉਹ ਰਿਪੋਰਟ ਹੋ ਗਈ, ਤਾਂ ਉਹ ਕੀ ਹੋ ਗਿਆ ਰਾਜੇ, ਤੁਹਾਡਾ ਸੁਮੇਟਿਵ ਐਸੇ ਹੋ ਗਿਆ। ਪਤਾ ਲੱਗ ਗਿਆ ਰਾਜੇ ਫੋਰਮੇਟਿਵ ਅਤੇ ਸੁਮੇਟਿਵ। ਤਾਂ ਦੇਖੋ ਜਿਹੜਾ ਸੁਮੇਟਿਵ ਔਨਲਾਈਨ ਟੂਲ ਕਿਹੜਾ ਹੈ, ਤੁਹਾਡਾ ਲੈਬੋਰੇਟਰੀ ਜਿਹੜੀ ਹੈਗੀ ਹੈ ਰਿਪੋਰਟ ਹੈਗੀ, ਜਿਹੜੀ ਫਾਈਨਲ ਰਿਪੋਰਟ ਹੈਗੀ। ਪਤਾ ਲੱਗ ਗਿਆ ਰਾਜੇ। ਤਾਂ ਦੇਖੋ
ਇਸ ਤੋਂ ਬਾਅਦ ਹੈਗਾ ਫੋਰਮੇਟਿਵ ਆਫਲਾਈਨ ਅਸੈਸਮੈਂਟ। ਫੋਰਮੇਟਿਵ ਆਫਲਾਈਨ ਅਸੈਸਮੈਂਟ ਟੂਲ, ਸੈਲਫ ਅਸੈਸਮੈਂਟ ਮੋਡਿਊਲ। ਇਹ ਬਿਲਕੁਲ ਸਹੀ ਹੈ ਰਾਜੇ। ਇਹ ਮੇਰੇ ਖਿਆਲ 'ਚ ਐਵੇਂ ਹੀ ਇਹਨਾਂ ਦੀ ਜਿਹੜੀ ਆਪਸ਼ਨਸ ਅਕੋਰਡਿੰਗ ਪੜ੍ਹ ਕੇ ਆਪਾਂ ਨੂੰ ਪਤਾ ਲੱਗ ਰਿਹਾ ਕਿ ਦੇਖੋ ਸੁਮੇਟਿਵ ਹੈ ਜਿਹੜੀ ਫਾਈਨਲ ਰਿਪੋਰਟ ਆ ਗਿਆ, ਫੋਰਮੇਟਿਵ ਹੈ ਜਿਹੜਾ ਕੁਇਜ਼ ਆ ਗਿਆ, ਵੀਕਲੀ ਕੁਇਜ਼ ਆ ਗਿਆ, ਠੀਕ ਹੈ, ਆਨਲਾਈਨ ਦੇ ਵਿੱਚ ਵੀਕਲੀ ਕੁਇਜ਼ ਆ ਗਿਆ। ਤੇ ਜਿਹੜਾ ਫੋਰਮੇਟਿਵ ਆਫਲਾਈਨ ਅਸੈਸਮੈਂਟ ਟੂਲ ਹੈ ਇਹਦੇ ਵਿੱਚ ਕੀ ਆਊਗਾ, ਸੈਲਫ ਅਸੈਸਮੈਂਟ ਮੋਡਿਊਲ। ਉਸ ਤੋਂ ਬਾਅਦ ਸੁਮੇਟਿਵ ਆਫਲਾਈਨ ਜਿਹੜਾ ਹੈਗਾ ਉਹ ਹੈਗਾ ਵੀਕਲੀ ਕੁਇਜ਼। ਹਾਂ ਤਾਂ ਰਾਜੇ ਇਹ ਬਿਲਕੁਲ ਇੱਦਾਂ ਹੀ ਮੈਚ ਹੋ ਰਹੇ ਨੇ, ਬਿਲਕੁਲ ਇੱਦਾਂ ਦੇ ਆਨਸਰ ਇੱਦਾਂ ਹੀ ਕੀ ਕਰ ਰਹੇ ਨੇ, ਮੈਚ ਕਰ ਰਹੇ ਨੇ। ਤਾਂ ਤੁਸੀਂ ਦੇਖੋ ਰਾਜੇ ਇਸ ਦਾ ਜਿਹੜਾ ਆਨਸਰ ਬਣਦਾ ਉਹ ਇਹ ਬਿਲਕੁਲ ਕਰੈਕਟ ਆਨਸਰ ਬਣ ਰਿਹਾ ਹੈਗਾ। ਪਤਾ ਲੱਗ ਗਿਆ ਰਾਜੇ ਤੁਹਾਨੂੰ। ਅਸੀਂ ਇਸ ਦੇ ਆਨਸਰ ਨੂੰ ਇੱਕ ਵਾਰ ਦੇਖ ਲੈਂਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਏਗਾ ਕਿ ਆਨਸਰ ਨੂੰ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਹਾਂ, ਕਿਉਂਕਿ ਇੱਕ ਕੁਐਸਚਨ ਦੇ ਵਿੱਚੋਂ ਹੀ ਤੁਹਾਡੇ 3-4 ਕੁਐਸਚਨ ਬਣ ਜਾਂਦੇ ਨੇ। ਤਾਂ ਇਹਦਾ ਕਰੈਕਟ ਆਨਸਰ ਹੈ ਜਿਹੜਾ ਇਹੀ ਹੈ, ਏ ਦਾ ਫਸਟ ਆਊਗਾ, ਬੀ ਦਾ ਸੈਕਿੰਡ, ਸੀ ਦਾ ਥਰਡ ਤੇ ਡੀ ਦਾ ਫੋਰਥ। ਅਸੀਂ ਇਸ ਦੀ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਦੇਖ ਲੈਂਦੇ ਹਾਂ ਕਿ ਐਕਸਪਲੇਨੇਸ਼ਨ ਦੇ ਵਿੱਚ ਸਾਨੂੰ ਕੀ ਦੱਸਿਆਗਾ। ਤਾਂ ਦੇਖੋ ਤੁਸੀਂ ਰਾਜੇ ਇੱਥੇ ਇਹਨਾਂ ਨੇ ਕਿਹਾਗਾ ਕਿ ਜਿਹੜਾ ਅਸੈਸਮੈਂਟ ਦੀ ਟਾਈਪ ਅਤੇ ਉਹਦੀ ਡਿਸਕ੍ਰਿਪਸ਼ਨ। ਸਭ ਤੋਂ ਪਹਿਲਾਂ ਕਿਹਾ ਇਹਨਾਂ ਨੇ ਜਿਹੜੀ ਫੋਰਮੇਟਿਵ ਆਨਲਾਈਨ ਅਸੈਸਮੈਂਟ ਟੂਲ ਹੈ, ਵੀਕਲੀ ਕੁਇਜ਼, ਟੈਸਟ ਕੁਇਜ਼। ਜਿਹੜੇ ਵੀਕਲੀ ਹੁੰਦੇ ਨੇ, ਫੋਰਮੇਟਿਵ ਦਾ ਮਤਲਬ ਰਾਜੇ ਜਿਹੜਾ ਵਿੱਚ ਹੁੰਦਾ ਰਹਿੰਦਾ ਹੈ, ਵੀਕਲੀ ਟੈਸਟ ਕੁਇਜ਼ ਹੁੰਦੇ ਨੇ। ਸੋਮੇਟਿਵ ਹੁੰਦੀ ਹੈ ਜਿਹੜੀ ਰਾਜੇ ਇੰਡੀਵਿਜੂਅਲ ਲੈਬੋਰੇਟਰੀ ਰਿਪੋਰਟ ਹੁੰਦੀ ਆ। ਫੋਰਮੇਟਿਵ ਆਫਲਾਈਨ ਹੈਗਾ ਜਿਹੜਾ ਸੈਲਫ ਅਸੈਸਮੈਂਟ ਮੋਡਿਊਲ ਹੈਗਾ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਸੁਮੇਟਿਵ ਆਫਲਾਈਨ ਅਸੈਸਮੈਂਟ ਕਿਹੜੀ ਹੈ, ਤੁਹਾਡਾ ਵੀਕਲੀ ਕੁਇਜ਼, ਵੀਕ ਦੇ ਵਿੱਚ ਇੱਕ ਵਾਰ ਕੁਇਜ਼ ਹੋਣਾ। ਪਤਾ ਲੱਗ ਗਿਆ ਰਾਜੇ ਤੁਹਾਨੂੰ ਇਸ ਦਾ ਆਨਸਰ ਬਿਲਕੁਲ। ਤਾਂ ਨੈਕਸਟ ਕੁਐਸਚਨ ਅਸੀਂ ਦੇਖ ਲੈਂਦੇ ਹੁੰਦੇ ਹਾਂ। ਦੇਖੋ ਰਾਜੇ ਇੱਥੇ ਮੈਂ ਆਨਸਰ ਐਕਸਪਲੇਨੇਸ਼ਨ ਦੇ ਬਾਅਦ ਤੁਹਾਡਾ ਜਿਹੜਾ ਕੁਐਸਚਨ ਨੰਬਰ ਹੁੰਦਾ ਉਸ ਦਾ ਨੰਬਰ ਮੈਂ ਸ਼ੋਅ ਕਰਤਾ, ਕਿਉਂਕਿ ਕਈ ਵਾਰ ਬੱਚਿਆਂ ਦੇ ਮੈਸੇਜ ਆ ਰਹੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਕਿਉਂਕਿ ਜਿਹੜੇ ਦੇਖੋ ਇੱਥੇ ਜਿਹੜਾ ਤੁਹਾਡਾ ਕੁਐਸਚਨ ਸੀਗਾ, ਫਸਟ ਕੁਐਸਚਨ ਸੀਗਾ, ਇਹ ਕੁਐਸਚਨ ਤੁਹਾਡਾ 24 ਸੀਗਾ, ਜਦੋਂ ਕਿ ਜਿਹੜਾ ਨੈਕਸਟ ਕੁਐਸਚਨ ਹੈ ਵੈਸੇ ਸਾਡੀ ਕਲਾਸ ਦਾ ਸੈਕਿੰਡ ਹੈ, ਪਰ ਇਹਨਾਂ ਦਾ ਕੀ ਹੋ ਗਿਆ 52। ਕਿਉਂਕਿ ਰਾਜੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਮੈਂ ਤੁਹਾਡੇ ਕੁਐਸਚਨ ਨੇ ਇਹ ਡਾਇਰੈਕਟ ਤੁਹਾਡੇ ਪ੍ਰੀਵੀਅਸ ਪੇਪਰ ਦੇ ਵਿੱਚੋਂ ਚੱਕੇ ਹੋਏ ਕੁਐਸਚਨਸ ਨੇਗੇ। ਕੋਈ ਵੀ ਕੁਐਸਚਨ ਮੇਰਾ ਆਪਣਾ ਬਣਾਇਆ ਹੋਇਆ ਨਹੀਂ ਹੈਗਾ, ਠੀਕ ਹੈ ਰਾਜੇ। ਕਿਉਂਕਿ ਪ੍ਰੀਵੀਅਸ ਈਅਰ ਕੁਐਸਚਨਸ ਕਰਨ ਦੇ ਨਾਲ ਕੀ ਹੈ, ਤੁਹਾਡੀ ਪ੍ਰੈਕਟਿਸ ਤਾਂ ਹੋ ਹੀ ਜਾਊਗੀ ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੂਗਾ ਕਿ ਆਖਿਰ ਜਿਹੜਾ ਸਾਡਾ ਐਗਜ਼ਾਮੀਨਰ ਹੈਗਾ, ਜਿਹੜਾ ਸਾਡਾ ਐਗਜ਼ਾਮ ਸੈੱਟ ਕਰਦਾ ਹੈਗਾ, ਉਹ ਕਿਸ ਤਰ੍ਹਾਂ ਦੇ ਕੁਐਸਚਨ ਪੁੱਛਦਾ ਹੈਗਾ, ਠੀਕ ਹੈ। ਤੁਹਾਡੇ ਪੇਪਰ ਦਾ ਲੈਵਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਤੇ ਜੇਕਰ ਤੁਸੀਂ ਕਲਾਸ ਪੂਰੀ ਲਗਾਉਂਦੇ ਹੋ ਤਾਂ ਮਤਲਬ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੈਗੀ, ਠੀਕ ਹੈ। ਤਾਂ ਦੇਖੋ ਰਾਜੇ ਟਰਮ ਅਨਡਿਫਾਈਨਡ ਇੰਟੈਲੀਜੈਂਸ ਇਨ ਟਰਮਸ ਆਫ, ਜਿਵੇਂ ਕਿ ਸਟਰਨ ਤੇ ਟਰਮ ਨੇ ਕੀ ਕੀਤਾ ਸੀ ਰਾਜੇ, ਇੰਟੈਲੀਜੈਂਸ ਦੇ ਪ੍ਰਤੀ ਕੀ ਦਿੱਤਾ ਸੀਗਾ, ਆਪਣਾ ਜਿਹੜਾ ਵਿਊ ਦੱਸਿਆ ਸੀ। ਤਾਂ ਟਰਮਨ ਬੁੱਧੀ ਨੂੰ ਕਿਸ ਤਰ੍ਹਾਂ ਕਹਿੰਦਾ ਹੈ, ਮਤਲਬ ਜਿਹੜੀ ਇੰਟੈਲੀਜੈਂਸ ਹੈ ਟਰਮਨ ਦੇ ਅਕੋਰਡਿੰਗ ਇਹ ਕੀ ਹੈ, ਅਬਿਲਿਟੀ ਟੂ ਅਡੈਪਟ, ਢਾਲਣ ਦੀ ਸਮਰੱਥਾ। ਮਤਲਬ ਜਿਵੇਂ ਤੁਹਾਡੇ ਸਾਹਮਣੇ ਕੋਈ ਕੁਐਸਚਨ ਪੇਪਰ ਹੈਗਾ ਹੈ ਨਾ, ਉਸਦੇ ਆਨਸਰਸ ਤੁਸੀਂ ਪੜ੍ਹ ਰਹੇ ਹੋ, ਤੁਸੀਂ ਉਹਨਾਂ ਨੂੰ ਜਦੋਂ ਪੜ੍ਹ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਆਪਣੇ ਅੰਦਰ ਕੀ ਕਰ ਰਹੇ ਹੋ, ਅਡੈਪਟ ਕਰ ਰਹੇ ਹੋ, ਆਪਣੇ ਅੰਦਰ ਢਾਲ ਰਹੇ ਹੋਗੇ, ਠੀਕ ਹੈ। ਤਾਂ ਦੇਖੋ ਅਬਿਲਿਟੀ ਟੂ ਅੰਡਰਸਟੈਂਡ, ਸਮਝਣ ਦੀ ਯੋਗਤਾ। ਮਤਲਬ ਜਿਵੇਂ ਹੁਣ ਮੈਂ ਤੁਹਾਨੂੰ ਕੋਈ ਕੁਐਸਚਨ ਹੈਗਾ, ਮੈਂ ਕੁਐਸਚਨ ਦੇਖੋ ਇਹ ਮੰਨ ਲਾ ਜਿਹੜਾ ਕੁਐਸਚਨ ਨੰਬਰ ਹੈ ਮੈਂ ਤੁਹਾਨੂੰ ਸਮਝਾ ਰਹੀ ਹਾਂ, ਤਾਂ ਤੁਹਾਡੇ ਅੰਦਰ ਅਬਿਲਿਟੀ ਹੈ, ਸਮਝਣ ਦੀ ਯੋਗਤਾ ਹੈਗੀ ਹੈ। ਅਬਿਲਿਟੀ ਟੂ ਸੋਲਵ ਪ੍ਰੋਬਲਮਸ, ਕਿਸੇ ਵੀ ਸਮੱਸਿਆ ਨੂੰ ਹੱਲ ਕਰਨਾ। ਜਿਵੇਂ ਕਿ ਮੈਂ ਤੁਹਾਨੂੰ ਕੁਐਸਚਨ ਦੇਤਾ ਕਿ ਤੁਸੀਂ ਇਹ ਸਮੱਸਿਆ ਨੂੰ ਹੱਲ ਕਰ ਸਕਦੇ ਹੋ, ਇਹਦਾ ਕੁਐਸਚਨ ਲੱਭ ਸਕਦੇ ਹੋ। ਅਬਿਲਿਟੀ ਟੂ ਥਿੰਕ ਇਨ ਐਬਸਟਰੈਕਟ ਟਰਮ, ਸੰਖੇਪ ਸ਼ਬਦਾਂ ਵਿੱਚ ਸੋਚਣ ਦੀ ਯੋਗਤਾ। ਤਾਂ ਦੇਖੋ ਰਾਜੇ ਤੁਸੀਂ ਬਸ ਜਿੱਥੇ ਵੀ ਟਰਮਨ ਆ ਗਿਆ ਨਾ ਤੇ ਉੱਥੇ ਐਬਸਟਰੈਕਟ ਆ ਗਿਆ, ਤਾਂ ਤੁਸੀਂ ਕੁਛ ਨਹੀਂ ਕੁਛ ਵੀ ਪੜ੍ਹਨਾ, ਬਸ ਡਾਇਰੈਕਟ ਉਹਦੇ ਆਨਸਰ ਤੱਕ ਪਹੁੰਚਣਾ ਹੈ। ਕਿਉਂਕਿ ਰਾਜੇ ਟਰਮਨ ਨੇ ਕਿਹਾ ਸੀ ਵੀ ਜਿਹੜੀ ਇੰਟੈਲੀਜੈਂਸ ਹੈ ਨਾ, ਜਿਹੜੀ ਸਾਡੀ ਬੁੱਧੀ ਹੈਗੀ, ਇਹ ਸਾਡੇ ਬੁੱਧੀ ਪਤਾ ਕੀ ਹੈਗੀ। ਹੁਣ ਦੇਖੋ ਇਹਨਾਂ ਨੇ ਕਿਹਾ ਅਡੈਪਟ, ਇਹ ਤਾਂ ਕੋਈ ਪੜ੍ਹਿਆ ਹੋਇਆ ਹੈਗਾ, ਅਸੀਂ ਮਤਲਬ ਕੋਈ ਕੁਐਸਚਨ ਲਿਖਿਆ ਹੋਇਆ ਹੈਗਾ ਸਾਹਮਣੇ ਸਾਡੇ, ਠੀਕ ਹੈ, ਕੁਐਸਚਨ ਤੇ ਆਨਸਰ ਲਿਖੇ ਹੋਏ ਆ, ਅਸੀਂ ਉਹਨੂੰ ਪੜ੍ਹਨ ਲੱਗ ਰਹੇ ਹਾਂ, ਮਤਲਬ ਅਸੀਂ ਉਹਨੂੰ ਢਾਲ ਰਹੇ ਹਾਂ, ਇਹ ਚੀਜ਼ ਨੂੰ ਅਸੀਂ ਆਪਦੇ ਅੰਦਰ ਢਾਲ ਰਹੇ ਹਾਂ। ਉਸ ਤੋਂ ਬਾਅਦ ਅੰਡਰਸਟੈਂਡ, ਕੋਈ ਪੜ੍ਹਿਆ ਹੋਇਆ ਕਿ ਤੁਸੀਂ ਇਹਨੂੰ ਸਮਝਣ ਲੱਗ ਰਹੇ ਹੋਗੇ, ਸਮਝ ਰਹੇ ਹੋਗੇ, ਮਤਲਬ ਤੁਸੀਂ ਅੰਡਰਸਟੈਂਡ ਕਰ ਰਹੇ ਹੋ ਇਹਨੂੰ, ਤਾਂ ਉਹ ਹੋ ਗਿਆ ਅਬਿਲਿਟੀ ਟੂ ਅੰਡਰਸਟੈਂਡ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੋਲਵ ਪ੍ਰੋਬਲਮ, ਜੇ ਇਹ ਕੋਈ ਕੁਐਸਚਨ ਹੈ ਜਿਹੜਾ ਤੁਸੀਂ ਪੜ੍ਹਿਆ ਹੈਗਾ, ਆਪਦੇ ਅੰਦਰ ਢਾਲ ਲਿਆ, ਸਮਝ ਲਿਆ, ਮੰਨ ਲਓ ਬਾਅਦ ਦੇ ਵਿੱਚ ਟੀਚਰ ਤੁਹਾਨੂੰ ਉਹੀ ਕੁਐਸਚਨ ਪੁੱਛਦਾ ਤਾਂ ਤੁਸੀਂ ਉਹ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ, ਤੁਸੀਂ ਉੱਥੇ ਐਕਸਪਲੇਨ ਕਰ ਸਕਦੇ ਹੋ, ਦੱਸ ਸਕਦੇ ਹੋ। ਇਹਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਰਾਜੇ ਇੱਕ ਚੀਜ਼ ਕਾਮਨ ਹੈ, ਕਿਹੜੀ ਕਾਮਨ ਹੈਗੀ ਕਿ ਸਾਡੇ ਕੋਲ ਉਹ ਮਟੀਰੀਅਲ ਸਾਡੇ ਸਾਹਮਣੇ ਹੈ, ਸਾਡੇ ਹੱਥਾਂ ਦੇ ਵਿੱਚ ਹੈ। ਜਦੋਂ ਅਸੀਂ ਕੁਛ ਅਟੈਂਪਟ ਕਰਾਂਗੇ, ਪ੍ਰੋਬਲਮ ਨੂੰ ਸੋਲਵ ਕਰਾਂਗੇ, ਅੰਡਰਸਟੈਂਡ ਕਰਾਂਗੇ, ਠੀਕ ਹੈ। ਤਾਂ ਦੇਖੋ ਇਹ ਟਰਮਨ ਨੇ ਪਰ ਇਹਦੇ ਬਾਰੇ ਕੁਛ ਨਹੀਂ ਕਿਹਾ ਹੈਗਾ, ਅਬਿਲਿਟੀ ਅਡੈਪਟ ਬਾਰੇ, ਸੋਲਵ ਬਾਰੇ, ਅੰਡਰਸਟੈਂਡਿੰਗ ਬਾਰੇ। ਉਹਨਾਂ ਨੇ ਕਿਹਦੀ ਗੱਲ ਕਰੀ ਹੈ, ਅਬਸਟਰੈਕਟ ਦੀ। ਮਤਲਬ ਕਹਿੰਦੇ ਬੁੱਧੀ ਹੈ ਜਿਹੜੀ ਸਾਡੀ ਇੰਟੈਲੀਜੈਂਸ ਹੈ, ਉਹ ਇਹ ਨਹੀਂ ਹੈਗਾ ਵੀ ਜਿਹੜਾ ਸਾਡੇ ਸਾਹਮਣੇ ਕੋਈ ਕੁਐਸਚਨ ਹੈ ਜਾਂ ਸਾਡੇ ਸਾਹਮਣੇ ਪ੍ਰੋਬਲਮ ਹੈ ਉਹਨੂੰ ਅਸੀਂ ਅੰਡਰਸਟੈਂਡ ਕਰਾਂਗੇ, ਜਾਂ ਉਹ ਪ੍ਰੋਬਲਮ ਨੂੰ ਅਸੀਂ ਸੋਲਵ ਕਰਾਂਗੇ, ਜਾਂ ਅਸੀਂ ਉਹਨੂੰ ਆਪਦੇ ਅੰਦਰ ਢਾਲ ਲਾਂਗੇ, ਅਡੈਪਟ ਕਰ ਲਾਂਗੇ। ਉਹਨੇ ਕਿਹਾ ਵੀ ਬੁੱਧੀ ਇਹ ਨਹੀਂ ਹੈਗੀ, ਬੁੱਧੀ ਪਤਾ ਕੀ ਹੈ ਸਾਡੀ, ਜਦੋਂ ਅਸੀਂ ਆਪਣੇ ਆਪ ਦੇ ਦਿਮਾਗ ਦੇ ਵਿੱਚ ਇਮੈਜੀਨੇਸ਼ਨ ਕਰਾਂਗੇ,
ਸਮਝ ਲੱਗ ਗਈ ਰਾਜੇ। ਜਿਵੇਂ ਹੁਣ ਤੁਸੀਂ ਕਿਸੇ ਰਾਸਤੇ 'ਤੇ ਖੜ੍ਹੇ ਹੋ ਹੈ ਨਾ, ਮੰਨ ਲਓ ਕਿਸੇ ਰੋਡ 'ਤੇ ਖੜ੍ਹੇ ਹੋ, ਤੁਹਾਡੇ ਸਾਹਮਣੇ ਕੋਈ ਰਾਸਤਾ ਹੈਗਾ, ਤੁਸੀਂ ਉਹਦੇ 'ਤੇ ਚੱਲਣ ਲੱਗ ਰਹੇ ਹੋ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਸੋਲਵ ਕਰ ਲੈਂਦੇ ਹੋ। ਇਹ ਉਹ ਕਹਿੰਦਾ ਬੁੱਧੀ ਨਹੀਂ ਹੈਗੀ, ਟਰਮ ਕਹਿੰਦਾ ਇਹ ਕੀ ਨਹੀਂ ਹੈਗੀ, ਬੁੱਧੀ ਨਹੀਂ ਹੈਗੀ। ਜਦੋਂ ਤੁਸੀਂ ਕਿਸੇ ਰੋਡ 'ਤੇ ਖੜ੍ਹੇ ਹੋ, ਤੁਸੀਂ ਆਪਣੇ ਆਪ ਕੋਈ ਉੱਥੋਂ ਨਵਾਂ ਰਾਸਤੇ ਨੂੰ ਕੀ ਕਰ ਰਹੇ ਹੋਗੇ, ਆਪਣੇ ਮਾਇੰਡ ਦੇ ਵਿੱਚ ਇਮੈਜੀਨੇਟ ਕਰ ਰਹੇ ਹੋ ਕਿ ਕੀ ਮੰਨ ਲਓ ਤੁਸੀਂ ਰੋਡ 'ਤੇ ਖੜ੍ਹੇ ਹੋ, ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚ ਰਹੇ ਹੋ ਕਿ ਮਤਲਬ ਜੇਕਰ ਇੱਥੋਂ ਦੀ ਕੋਈ ਇੱਦਾਂ ਦਾ ਰਾਸਤਾ ਬਣ ਜੇ, ਜਾਂ ਇਸ ਰੋਡ ਦੇ ਉੱਪਰ ਇਹ ਚੇਂਜ ਹੋ ਜੇ ਹੈ ਨਾ, ਤਾਂ ਮਤਲਬ ਇੱਦਾਂ ਦੀਆਂ ਕੁਛ ਇਮੈਜੀਨੇਸ਼ਨ ਕਰਨਾ ਆਪਣੇ ਦਿਮਾਗ ਦੇ ਵਿੱਚ। ਜਦੋਂ ਅਸੀਂ ਇਮੈਜੀਨੇਸ਼ਨ ਕਰਦੇ ਹਾਂ, ਹੁਣ ਇਮੈਜੀਨੇਸ਼ਨ ਕੌਣ ਕਰੂਗਾ, ਜਿਹੜਾ ਇੰਟੈਲੀਜੈਂਟ ਹੋਊਗਾ ਉਹੀ ਬੰਦਾ ਇਮੈਜੀਨੇਸ਼ਨ ਕਰ ਸਕਦਾ ਹੈਗਾ। ਤਾਂ ਰਾਜੇ ਉਹਨੂੰ ਕੀ ਕਿਹਾ ਟਰਮਨ ਨੇ, ਬੁੱਧੀ ਕਿਹਾ ਹੈਗਾ। ਜਿਵੇਂ ਇੱਕ ਬੱਚੇ ਸਾਹਮਣੇ ਜੇਕਰ ਕੋਈ ਪ੍ਰੋਬਲਮ ਹੈ ਨਾ, ਮੰਨ ਲਓ ਟੀਚਰ ਨੇ ਕੋਈ ਉਹਨੂੰ ਵਰਕ ਦੇਤਾ, ਮੰਨ ਲਓ ਟੀਚਰ ਨੇ ਉਹਨੂੰ ਕਹਿਤਾ ਗਾ ਕਿ ਤੁਸੀਂ ਕੀ ਕਰਨਾ ਗਾ, ਕੋਈ ਐਸੇ ਲਿਖਣਾ ਹੈ। ਹੁਣ ਇੱਕ ਬੱਚਾ ਆਪਣੇ ਦਿਮਾਗ ਦੇ ਵਿੱਚ, ਜਿਹੜਾ ਟੀਚਰ ਨੇ ਉਹਨੂੰ ਕੋਈ ਕਨਸੈਪਟ ਦਿੱਤਾ, ਮੰਨ ਲਓ ਉਹਨੂੰ ਕਨਸੈਪਟ ਦਿੱਤਾ ਗਾ ਟਰਮਨ ਦਾ ਹੀ ਦਿੱਤਾ ਹੈ ਨਾ, ਮਤਲਬ ਉਹਨੇ ਕਿਹਾ ਗਾ ਕਿ ਟੀਚਰ ਨੇ ਤੁਹਾਨੂੰ ਕਿ ਸਾਈਕੋਲੋਜਿਸਟ ਟਰਮਨ ਦੇ ਉੱਪਰ ਤੁਸੀਂ ਨੇ ਕੀ ਕਰਨਾ ਗਾ, ਆਪਣਾ ਐਸੇ ਲਿਖਣਾ ਗਾ, ਠੀਕ ਹੈ, ਜਾਂ ਇਹਦੇ ਬਾਰੇ ਡੈਫੀਨੇਸ਼ਨਸ ਲਿਖਣੀਆਂ ਨੇ, ਵਿਆਖਿਆ ਕਰਨੀ ਹੈ ਪੂਰੀ। ਤਾਂ ਹੁਣ ਇੱਕ ਬੱਚਾ ਕੀ ਕਰੂਗਾ, ਆਪਣਾ ਕਿਤਾਬਾਂ ਲੱਭਦਾ ਹੈਗਾ, ਉਹ ਦੇਖਦਾ ਹੈਗਾ ਕਿ ਟਰਮਨ ਹੈਗਾ ਕੀ ਹੈਗਾ, ਮੈਂ ਕਿੱਥੋਂ ਲੱਭਾਂ, ਕਿੱਥੋਂ ਦੇਖ ਕੇ ਉਹਦੇ ਬਾਰੇ ਕੁਛ ਲਿਖਾਂ, ਕਿਤਾਬਾਂ ਦੇ ਵਿੱਚੋਂ ਕਾਪੀ ਕਰਦਾ ਹੈਗਾ, ਲਿਖਦਾ ਹੈਗਾ। ਇੱਕ ਜਵਾਕ ਕੀ ਕਰਦਾ, ਉਹਨੂੰ ਪਤਾ ਹੈ ਵੀ ਇਹ ਸਾਈਕੋਲੋਜਿਸਟ ਹੈ, ਉਹ ਆਪਣੇ ਦਿਮਾਗ ਦੇ ਵਿੱਚ ਹੀ ਉਸੇ ਟਾਈਮ 'ਤੇ ਕਲਪਨਾ ਕਰਨ ਲੱਗ ਜਾਂਦਾ ਹੈ ਕਿ ਇਸਨੇ ਬੁੱਧੀ ਬਾਰੇ ਦਿੱਤਾ ਸੀਗਾ, IQ ਕਨਸੈਪਟ ਸੀਗਾ ਹੈ ਨਾ, ਇੱਦਾਂ ਮਤਲਬ ਉਹ ਕੀ ਕਰਦਾ, ਆਪਣੇ ਦਿਮਾਗ ਦੇ ਵਿੱਚ ਕਲਪਨਾ ਕਰਨ ਲੱਗ ਜਾਂਦਾ ਹੈ। ਤਾਂ ਟਰਮਨ ਦੇ ਅਕੋਰਡਿੰਗ ਉਹੀ ਸਾਡੀ ਬੁੱਧੀ ਹੈ ਰਾਜੇ। ਤਾਂ ਇਹਨਾਂ ਨੇ ਬਿਲਕੁਲ ਸਹੀ ਕਿਹਾ ਹੈ, ਡੀ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੈ। ਆਖਿਰਕਾਰ ਦੇਖੋ, ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠੇ ਹੁੰਦੇ ਹੋ, ਤੁਸੀਂ ਉੱਥੇ ਆਪਣੀ ਦਿਮਾਗ ਦੀ ਸ਼ਕਤੀ ਹੈ ਜਿਹੜੀ ਤੁਹਾਡੇ ਸਾਹਮਣੇ ਨਹੀਂ ਪਈਆਂ ਹੁੰਦੀਆਂ, ਤੁਸੀਂ ਇਮੈਜਿਨ ਕਰ ਕਰਕੇ ਆਪਣੇ ਦਿਮਾਗ ਦੀ ਸ਼ਕਤੀ ਨੂੰ ਯੂਜ਼ ਕਰਦੇ ਹੋ, ਉਹੀ ਤੁਹਾਡੀ ਇੰਟੈਲੀਜੈਂਟ ਹੈ। ਉੱਥੇ ਕਹਿ ਸਕਦੇ ਆਪਾਂ ਕਿ ਬੱਚਾ ਕਿੰਨਾ ਇੰਟੈਲੀਜੈਂਟ ਹੈ। ਸਮਝ ਲੱਗ ਗਈ ਰਾਜੇ। ਤਾਂ ਡੀ ਆਪਸ਼ਨ ਹੈ ਜਿਹੜੀ ਤੁਹਾਡੀ ਬਿਲਕੁਲ ਕਰੈਕਟ ਹੈਗੀ। ਤਾਂ ਅਬਿਲਿਟੀ ਟੂ ਥਿੰਕ ਅਬਸਟਰੈਕਟਲੀ ਇਜ਼ ਕਾਲਡ ਡੀ ਆਪਸ਼ਨ, ਬਿਲਕੁਲ ਕਰੈਕਟ। ਪਤਾ ਲੱਗ ਗਿਆ ਰਾਜੇ। ਤਾਂ ਦੇਖੋ ਨੈਕਸਟ ਹੈ ਜਿਹੜਾ ਸਾਡਾ 53, ਉਸ ਦੇ ਵਿੱਚ ਕੀ ਕਿਹਾ, ਸਾਡੀ ਕਲਾਸ ਦਾ ਜਿਹੜਾ ਥਰਡ ਕੁਐਸਚਨ ਹੈਗਾ, ਹੂ ਗਿਵ ਦੀ ਕਨਸੈਪਟ ਆਫ ਕਿੰਡਰਗਾਰਟਨ ਸਕੂਲ। ਕਿੰਡਰਗਾਰਟਨ ਸਕੂਲ ਦੀ ਧਾਰਨਾ ਕਿਸ ਨੇ ਦਿੱਤੀ ਸੀ, ਜੋਹਨ ਡੈਵੀ ਨੇ। ਨਹੀਂ ਰਾਜੇ, ਜੋਹਨ ਡੈਵੀ ਨੇ ਕੀ ਕਿਹਾ ਸੀ, ਲਰਨਿੰਗ ਬਾਈ ਡੂਇੰਗ ਕਨਸੈਪਟ ਦਿੱਤਾ ਸੀਗਾ ਕਿ ਬੱਚਾ ਹੈਗਾ ਜਿਹੜਾ ਉਹ ਲਰਨ ਕਰਦਾ, ਸਿੱਖਦਾ ਹੈਗਾ ਕਿਸੇ ਵੀ ਚੀਜ਼ ਨੂੰ, ਕਿਸੇ ਕਨਸੈਪਟ ਨੂੰ, ਕਿਸੇ ਵੀ ਸਬਜੈਕਟ ਨੂੰ, ਕਿਸੇ ਵੀ ਟੌਪਿਕ ਨੂੰ, ਕਿਸੇ ਵੀ ਪ੍ਰੋਬਲਮ ਨੂੰ, ਉਹ ਆਪਣੇ ਆਪ ਆਪਣੇ ਹੱਥੀਂ ਕਰਕੇ ਸਿੱਖਦਾ ਹੈਗਾ। ਹਰਬਰਟ ਨੇ ਨਹੀਂ ਕਿਹਾ ਸੀ ਰਾਜੇ, ਹਰਬਰਟ ਨੇ ਕਿਹਾ ਸੀਗਾ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇਹ ਪੈਟਰਨ ਦੇ ਵਿੱਚ ਹੁੰਦੀ ਹੈਗੀ, ਇੱਕ ਪੈਟਰਨ ਨੂੰ ਕੀ ਕਰਦੀ ਹੈ, ਫੋਲੋ ਕਰਦੀ ਹੈ। ਪੈਸਟੋਲੋਜੀ ਨੇ ਰਾਜੇ ਨਹੀਂ ਕਿਹਾ ਸੀ। ਤਾਂ ਕਿਸ ਨੇ ਕਿਹਾ ਸੀ, ਕਿੰਡਰਗਾਰਟਨ ਦਾ ਜਿਹੜੀ ਧਾਰਨਾ ਦਿੱਤੀ ਸੀ ਇਹ ਫਰੋਬਲ ਨੇ ਦਿੱਤੀ ਸੀ ਰਾਜੇ, ਠੀਕ ਹੈ। ਤਾਂ ਇਹਦਾ ਜਿਹੜਾ ਡੀ ਆਪਸ਼ਨ ਹੈ ਇਹ ਬਿਲਕੁਲ ਕੀ ਆ ਜਾਊਗਾ ਰਾਜੇ, ਤੁਹਾਡਾ ਕਰੈਕਟ ਆ ਜਾਊਗਾ। ਪਤਾ ਲੱਗ ਗਿਆ ਰਾਜੇ। ਇਸ ਦਾ ਫੁੱਲ ਨਾਮ ਹੈਗਾ ਜਿਹੜਾ ਫਰੈਡਰਿਚ ਫਰੋਬਲ, ਬਿਲਕੁਲ ਕਰੈਕਟ ਹੈਗਾ, ਡੀ ਆਪਸ਼ਨ ਤੁਹਾਡਾ। ਇਹਨੇ ਕੀ ਦਿੱਤਾ ਸੀਗਾ, ਕਿੰਡਰਗਾਰਟਨ ਦਾ ਕੀ ਦਿੱਤਾ ਸੀ, ਸਿਧਾਂਤ ਦਿੱਤਾ ਸੀਗਾ। ਪਤਾ ਲੱਗ ਗਿਆ ਰਾਜੇ। ਇਹ ਬਿਲਕੁਲ ਈਜ਼ੀ ਜਿਹੇ ਕੁਐਸਚਨ ਨੇ ਜਿਨ੍ਹਾਂ ਦਾ ਆਨਸਰ ਇੱਕ ਲਾਈਨ ਦੇ ਵਿੱਚ ਹੈ, ਇਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਕਿਉਂਕਿ ਡਾਇਰੈਕਟ ਐਵੇਂ ਪੁੱਛਣਗੇ ਰਾਜੇ, ਤਾਂ ਕਰਕੇ ਮੈਂ ਇਹਦੀ ਐਕਸਪਲੇਨੇਸ਼ਨ ਬਾਹਲੀ ਲੰਬੀ ਚੌੜੀ ਕੀਤੀ ਨਹੀਂ ਹੈਗੀ, ਕਿਉਂਕਿ ਜਿਹੜੇ ਆਨਸਰ ਦੀ ਤੁਹਾਨੂੰ ਐਕਸਪਲੇਨੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਹਦੇ ਵਿੱਚੋਂ ਕੁਐਸਚਨ ਬਣ ਸਕਦੇ ਨੇ, ਮੈਂ ਆਪਣੇ ਆਪ ਰਾਜੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਬਹੁਤ ਲੰਬਾ ਕਰਕੇ ਕੀ ਕਰ ਦਿੰਦੀ ਹਾਂ, ਐਕਸਪਲੇਨ ਕਰ ਦਿੰਦੀਆਂ ਹੁੰਦੀਆਂ, ਠੀਕ ਹੈ। ਪਰ ਇਹਨਾਂ ਦੇ ਵਿੱਚੋਂ ਦੇਖੋ ਫਰੋਬਲ ਦਾ, ਕਿੰਡਰਗਾਰਟਨ ਦਾ ਹੋ ਗਿਆ, ਇਹਨਾਂ ਦੇ ਵਿੱਚ ਕੋਈ ਇੰਨੀ ਐਕਸਪਲੇਨੇਸ਼ਨ ਦੀ ਲੋੜ ਨਹੀਂ ਕਿਉਂਕਿ ਡਾਇਰੈਕਟ ਐਵੇਂ ਕੁਐਸਚਨ ਪੁੱਛਣਗੇ ਅਤੇ ਐਵੇਂ ਮੈਂ ਤੁਹਾਨੂੰ ਆਨਸਰ ਦੱਸਤਾ। ਸਮਝ ਲੱਗ ਗਈ ਰਾਜੇ। ਤਾਂ ਕਰੈਕਟ ਸੀਕੁਐਂਸ ਆਫ ਕੈਟਾਗਰੀ ਆਫ ਲਰਨਿੰਗ ਆਊਟਕਮਸ ਇਨ ਇਫੈਕਟਿਵ ਡੋਮੇਨ, ਪ੍ਰਭਾਵਸ਼ਾਲੀ ਡੋਮੇਨ ਵਿੱਚ ਸਿੱਖਣ ਦੇ ਨਤੀਜਿਆਂ ਦੀ ਸ਼੍ਰੇਣੀਆਂ ਨੂੰ ਕ੍ਰਮ ਦੇ ਵਿੱਚ ਦੱਸਣਾ ਹੈਗਾ। ਤਾਂ ਦੇਖੋ ਰਾਜੇ ਇਹਨਾਂ ਨੂੰ ਇੱਕ ਕ੍ਰਮ ਦੇ ਵਿੱਚ ਅਕੋਰਡਿੰਗ ਲਗਾਉਣਾ ਹੈਗਾ, ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਤੁਸੀਂ ਇੱਥੇ ਕੀ ਲਿਖਿਆ ਹੋਇਆ ਗਾ, ਇੱਥੇ ਲਿਖਿਆ ਹੋਇਆ ਦੇਖੋ ਰਾਜੇ, ਜਿਹੜਾ ਸਾਡੀ ਫਸਟ ਆਪਸ਼ਨ ਹੈ ਰਿਸੀਵ ਕਰਨਾ, ਪ੍ਰਾਪਤ ਕਰਨਾ। ਮਤਲਬ ਕੀ ਹੈਗਾ, ਪਹਿਲਾਂ ਸਾਨੂੰ ਕੋਈ ਟੀਚਰ ਹੈ ਜਿਹੜਾ ਕੀ ਕਰ ਰਿਹਾ, ਕੋਈ ਆਨਸਰ ਪੜ੍ਹਾ ਰਹੀ ਹੈਗਾ, ਠੀਕ ਹੈ, ਉਸ ਨੂੰ ਤੁਸੀਂ ਸੁਣ ਰਹੇ ਹੋ, ਤੁਸੀਂ ਕੀ ਕਰ ਲਿਆ, ਰਿਸੀਵ ਕਰ ਲਿਆ ਫਸਟ ਸਟੈਪ। ਉਸ ਤੋਂ ਬਾਅਦ ਰਿਸਪੌਂਡ ਕਰਨਾ, ਜਵਾਬ ਦੇਣਾ। ਹੁਣ ਤੁਹਾਡੇ ਦਿਮਾਗ ਦੇ ਵਿੱਚ ਉਹ ਕੁਐਸਚਨ ਆ ਗਿਆ, ਹੁਣ ਜੇਕਰ ਟੀਚਰ ਦੁਬਾਰੇ ਤੁਹਾਡੇ ਤੋਂ ਪੁੱਛਦਾ ਕਿ ਤੁਹਾਨੂੰ ਸਮਝ ਆ ਗਿਆ, ਤੁਸੀਂ ਉੱਥੇ ਰਿਸਪੌਂਡ ਕਰੋਗੇ ਯੈਸ ਮੈਮ, ਤਾਂ ਸੈਕਿੰਡ ਸਟੈਪ ਕਰਤਾ। ਉਸ ਤੋਂ ਬਾਅਦ ਰਾਜੇ ਵੈਲਿਊ ਆਰਗੇਨਾਈਜੇਸ਼ਨ, ਮੁੱਲ ਦੇਣਾ। ਮਤਲਬ ਕੀ ਹੈ, ਉਸ ਚੀਜ਼ ਨੂੰ ਤੁਹਾਨੂੰ ਵੈਲਿਊ ਹੀ ਹੈ ਨਾ, ਤੁਸੀਂ ਸਿੱਖ ਲਿਆ ਹੈ ਨਾ, ਰਿਸਪੌਂਡ ਕਰ ਰਹੇ ਹੋ ਤਾਂ ਤੁਹਾਡਾ ਰਿਜ਼ਲਟ ਵਧੀਆ ਨਿਕਲੂਗਾ, ਜਿਸ ਦੇ ਨਾਲ ਤੁਹਾਨੂੰ ਵੈਲਿਊ ਮਿਲੂਗੀ ਹੈ ਨਾ, ਮੁੱਲ ਮਿਲ ਜੂਗਾ ਉਹ ਚੀਜ਼ ਦਾ। ਉਸ ਤੋਂ ਬਾਅਦ ਕਰੈਕਟਰਾਈਜ਼ ਕਰਨਾ, ਵਿਸ਼ੇਸ਼ਤਾ, ਠੀਕ ਹੈ। ਕਰੈਕਟਰਸ ਦੇ ਵਿੱਚ ਕੀ ਕਰਨਾ, ਉਹਨੂੰ ਮਤਲਬ ਉਸ ਦੀ ਕੀ ਹੋਗੀ, ਤੁਹਾਨੂੰ ਦੇਖੋ
ਵਿਸ਼ੇਸ਼ਤਾ ਮਿਲ ਗਈ। ਠੀਕ ਹੈ, 4th ਸਟੈਪ ਇਹੀ ਤੁਹਾਡਾ ਜਿਹੜੇ ਰਾਜੇ ਬਿਲਕੁਲ ਸਹੀ ਹੈਗਾ, ਇਹ ਆਪਸ਼ਨ ਬਿਲਕੁਲ ਠੀਕ ਹੈ। ਤਾਂ ਦੇਖੋ ਇਹਨਾਂ ਨੇ ਕਿਹਾ ਰਿਸੀਵ ਕਰਨਾ, ਰਿਸਪੌਂਡ ਕਰਨਾ, ਪਹਿਲਾਂ ਪ੍ਰਾਪਤ ਕਰਾਂਗੇ ਫਿਰ ਜਵਾਬ ਦੇਵਾਂਗੇ, ਫਿਰ ਔਰਗੇਨਾਈਜ਼ ਨਹੀਂ ਕਰਦੇ ਰਾਜੇ, ਕਿਉਂਕਿ ਦੇਖੋ ਵੈਲਿਊ ਔਰਗੇਨਾਈਜ਼ ਐਂਡ ਕਰੈਕਟਰਿਜ਼ਮ ਤਾਂ ਬਿਲਕੁਲ ਠੀਕ ਹੈਗਾ। ਉਸ ਤੋਂ ਬਾਅਦ ਰਿਸੀਵਿੰਗ, ਰਿਸਪੌਂਡਿੰਗ, ਵੈਲਿਊ ਔਰਗੇਨਾਈਜੇਸ਼ਨ ਐਂਡ ਕਰੈਕਟਰ, ਇਹ ਰਾਜੇ ਮੇਰੇ ਖਿਆਲ 'ਚ ਤੁਹਾਡਾ ਆਨਸਰ ਹੈ ਜਿਹੜਾ ਤੁਹਾਡਾ ਇੱਥੇ ਕਨਫਿਊਜ਼ਿੰਗ ਜਾਂ ਹੋ ਗਿਆ, ਕਿਉਂਕਿ ਇਹਨਾਂ ਨੇ ਸਾਰੀਆਂ ਆਪਸ਼ਨਸ ਹੀ ਬਿਲਕੁਲ ਮਤਲਬ ਸੇਮ ਜਿਹੇ ਦੇ ਰੱਖੇ ਨੇ। ਇੱਥੇ ਦੇਖੋ ਵੈਲਿਊ ਲਾਸਟ 'ਤੇ ਆ ਗਈ, ਲਾਸਟ 'ਤੇ ਆਪਾਂ ਕਰੈਕਟਰਾਈਜੇਸ਼ਨ ਕਰਾਂਗੇ। ਇਹ ਆਪਸ਼ਨਸ ਰਾਜੇ ਤੁਹਾਡੀਆਂ ਇੱਥੇ ਮੈਚ ਕਰ ਰਹੀਆਂ ਨੇਗੀਆਂ, ਇਹ ਤੁਹਾਡੀ ਆਪਸ਼ਨਸ ਬਿਲਕੁਲ ਇੱਥੇ ਮੈਚ ਹੀ ਕਰ ਗਈਆਂ। ਤਾਂ ਇਹਨਾਂ ਦੇ ਵਿੱਚ ਇਹਨਾਂ ਦੇ ਕੋਈ ਗ੍ਰੇਸ ਮਾਰਕਸ ਰਾਜੇ ਤੁਹਾਨੂੰ ਮਿਲਿਆ ਹੋਊਗਾ। ਠੀਕ ਹੈ, ਇਹ ਵਾਲਾ ਵੀ ਗਲਤ ਹੈ। ਤਾਂ ਇੱਥੇ ਦੇਖੋ ਤੁਹਾਡਾ ਰਿਸੀਵਿੰਗ ਹੋ ਗਿਆ, ਰਿਸਪੌਂਡਿੰਗ ਹੋ ਗਿਆ, ਵੈਲਿਊਇੰਗ ਹੋ ਗਿਆ, ਔਰਗੇਨਾਈਜੇਸ਼ਨ ਹੋ ਗਿਆ, ਕਰੈਕਟਰਾਈਜੇਸ਼ਨ ਹੋ ਗਿਆ। ਤਾਂ ਠੀਕ ਹੈ ਰਾਜੇ, ਇਹ ਤੁਹਾਡਾ ਇਹ ਆਪਸ਼ਨ ਬਿਲਕੁਲ ਕਰੈਕਟ ਹੈਗਾ। ਇੱਥੇ ਤੁਹਾਨੂੰ ਕੋਈ ਗ੍ਰੇਸ ਮਾਰਕਸ ਮਿਲਿਆ ਹੋਣਾ, ਕਿਉਂਕਿ ਇਹ ਦੋਨੋਂ ਜਿਹੜੇ ਆਨਸਰਸ ਨੇ ਉਹ ਆਪਸ ਦੇ ਵਿੱਚ ਮਿਸਮੈਚ ਕਰ ਗਏ। ਠੀਕ ਹੈ ਰਾਜੇ, ਤਾਂ ਦੇਖੋ ਅਸੀਂ ਦੇਖ ਲੈਂਦੇ ਹਾਂ the sequence of categorize of learning outcomes in the affective domain lowest to highest। ਤਾਂ ਦੇਖੋ ਰਿਸੀਵ ਕਰਨਾ ਪੈਸਿਵਲੀ ਪੇਇੰਗ ਅਟੈਂਸ਼ਨ। ਠੀਕ ਹੈ, ਮਤਲਬ ਹੁਣ ਟੀਚਰ ਤੁਹਾਨੂੰ ਪੜ੍ਹਾ ਰਹੇ ਆ, ਤੁਸੀਂ ਚੁੱਪਚਾਪ ਬੈਠੇ ਟੀਚਰ ਨੂੰ ਸੁਣੀ ਜਾ ਰਹੇ ਹੋ, ਉੱਥੇ ਤੁਹਾਡਾ ਕੋਈ ਕੰਮ ਨਹੀਂ, ਤੁਸੀਂ ਐਕਟਿਵ ਨਹੀਂ ਹੈਗੇ, ਤੁਸੀਂ ਕੋਈ ਬੋਲ ਨਹੀਂ ਰਹੇ, ਟੀਚਰ ਨੂੰ ਡਿਸਟਰਬ ਨਹੀਂ ਕਰ ਰਹੇ ਹੈ ਨਾ, ਜਾਂ ਕੋਈ ਮਤਲਬ ਕੋਈ ਆਨਸਰ ਨਹੀਂ ਪੁੱਛ ਰਹੇ ਹੈਗੇ, ਤਾਂ ਇਟ ਮੀਨਸ ਕੀ ਹੈਗਾ, ਤੁਸੀਂ ਪੈਸਿਵ ਹੋ, ਤੁਹਾਡੇ ਵੱਲੋਂ ਕੋਈ ਵੀ ਉੱਥੇ ਆਨਸਰ ਨਹੀਂ ਦੇ ਜਾ ਰਿਹਾ, ਤਾਂ ਤੁਸੀਂ ਪੈਸਿਵਲੀ ਉਹ ਚੀਜ਼ ਨੂੰ ਕੀ ਕਰ ਰਹੇ ਹੋ, ਰਿਸੀਵ ਕਰ ਲਓ। ਸੈਕਿੰਡ ਰਿਸਪੌਂਡ ਐਕਟਿਵਲੀ ਲਰਨਿੰਗ ਐਂਡ ਰਿਐਕਟਿੰਗ, ਮਤਲਬ ਜਦੋਂ ਟੀਚਰ ਨੇ ਪੜ੍ਹਾ ਤਾਂ ਤੁਹਾਨੂੰ ਸਮਝ ਆ ਰਿਹਾ ਸੀ, ਤੁਸੀਂ ਚੁੱਪਚਾਪ ਕਰਕੇ ਸਮਝ ਕੇ ਪੈਸਿਵਲੀ ਸੁਣ ਰਹੇ ਸੀਗੇ, ਅਟੈਂਸ਼ਨ ਸੀ ਤੁਹਾਡੀ ਪੂਰੀ। ਪਰ ਜਦੋਂ ਟੀਚਰ ਪੜ੍ਹਾ ਰਿਹਾ ਸੀ ਤੁਹਾਡਾ ਕਿਤੇ ਡਾਊਟ ਆ ਗਿਆ, ਤੁਹਾਨੂੰ ਸਮਝ ਨਹੀਂ ਲੱਗਾ, ਤਾਂ ਤੁਸੀਂ ਟੀਚਰ ਨੂੰ ਕਹੋਗੇ ਕਿ ਮੈਮ ਸਾਨੂੰ ਇਹ ਵਾਲਾ ਕੁਐਸਚਨ, ਇਹ ਵਾਲੀ ਲਾਈਨ ਤੁਹਾਡੀ ਸਮਝ ਨਹੀਂ ਲੱਗੀ, ਸਾਨੂੰ ਦੁਬਾਰਾ ਤੋਂ ਸਮਝ ਕਰਵਾਓ। ਜਾਂ ਫਿਰ ਤੁਸੀਂ ਕੋਈ ਡਾਊਟ ਪੁੱਛੋਗੇ ਕਿ ਮੈਡਮ ਇੱਦਾਂ ਕਿਉਂ ਹੋਇਆ, ਹੈ ਨਾ, ਤਾਂ ਉੱਥੇ ਤੁਸੀਂ ਆਪਣੇ ਆਪ ਨੂੰ ਐਕਟਿਵਲੀ ਕੀ ਕਰਤਾ, ਪਾਰਟੀਸਪੇਟ ਕਰਤਾ ਉਸ ਚੀਜ਼ ਦੇ ਵਿੱਚ, ਤੁਸੀਂ ਐਕਟਿਵ ਹੋ ਗਏ। ਤਾਂ ਰਾਜੇ ਜਦੋਂ ਤੁਸੀਂ ਐਕਟਿਵ ਹੋਵੋਗੇ ਉਦੋਂ ਤੁਸੀਂ ਰਿਸਪੌਂਸ ਦਿਓਗੇ, ਨਹੀਂ ਤਾਂ ਚੁੱਪਚਾਪ ਬੈਠੇ ਸੁਣੀ ਜਾਓਗੇ। ਸਭ ਤੋਂ ਪਹਿਲਾਂ ਰਿਸੀਵ ਕਰਨਾ, ਰਿਸਪੌਂਡ ਕਰਨਾ। ਵੈਲਿਊਇੰਗ ਅਟੈਚਿੰਗ ਵਰਥ ਟੂ ਇਨਫੋਰਮੇਸ਼ਨ। ਠੀਕ ਹੈ, ਮਤਲਬ ਉਹ ਚੀਜ਼ ਨੂੰ ਜਿਹੜੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ, ਹੁਣ ਤੁਸੀਂ ਜਦੋਂ ਪੁੱਛੋਗੇ, ਟੀਚਰ ਨੇ ਤੁਹਾਨੂੰ ਜਵਾਬ ਦੇ ਦਿੱਤਾ, ਤਾਂ ਤੁਹਾਡੇ ਦਿਮਾਗ ਦੀ ਨੌਲੇਜ ਦੇ ਵਿੱਚ ਤੁਸੀਂ ਕੀ ਕਰੋਗੇ, ਉਸ ਦੇ ਨਾਲ ਅਟੈਚ ਕਰਨ ਦੀ ਕੀ ਕਰੋਗੇ, ਕੋਸ਼ਿਸ਼ ਕਰੋਗੇ। ਤਾਂ ਵੈਲਿਊ ਮਿਲ ਜੋ ਤੁਹਾਨੂੰ। ਔਰਗੇਨਾਈਜੇਸ਼ਨ ਅਰੇਂਜ ਕਰੋਗੇ, ਇਲੈਬੋਰੇਟ ਇਨ ਇਨਫੋਰਮੇਸ਼ਨ, ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਨੂੰ ਕੀ ਕਰ ਲਓਗੇ, ਅਰੇਂਜ ਕਰ ਲਓਗੇ। ਕਰੈਕਟਰਾਈਜੇਸ਼ਨ ਵੈਲਿਊਇੰਗ ਬਿਲੀਵਿੰਗ ਦੈਟ ਇਨਫਲੂਇੰਗ ਬਿਹੇਵੀਅਰ, ਤੁਹਾਡੇ ਜਿਹੜਾ ਬਿਹੇਵੀਅਰ ਦੇ ਵਿੱਚ ਇਨਫਲੂਐਂਸ ਹੋ ਜਾਊਗਾ ਤੁਹਾਡਾ ਬਿਹੇਵੀਅਰ, ਤਾਂ ਉਸ ਦੇ ਨਾਲ ਤੁਹਾਡਾ ਕਰੈਕਟਰ ਹੈਗਾ ਜਿਹੜਾ ਉਹ ਰਾਜੇ ਕੀ ਹੋ ਜਾਊਗਾ, ਵੈਲਿਊਏਬਲ ਹੋ ਜਾਊਗਾ। ਪਤਾ ਲੱਗ ਗਿਆ ਰਾਜੇ। ਤਾਂ ਦੇਖੋ ਇਹ ਕੁਐਸਚਨ ਤੁਹਾਡਾ ਇੰਪੋਰਟੈਂਟ ਸੀ, ਇਸ ਕਰਕੇ ਮੈਂ ਚੰਗੀ ਤਰ੍ਹਾਂ ਇੱਥੇ ਐਕਸਪਲੇਨ ਕਰਤਾ, ਜਿਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਰਾਜੇ ਤੁਹਾਡਾ ਰਿਸੀਵਿੰਗ ਅਤੇ ਅਟੈਂਡਿੰਗ ਇੱਕੋ ਗੱਲ ਹੈ। ਵਿਲਿੰਗ ਟੂ ਬੀ ਅਵੇਅਰ ਆਫ ਦਾ ਸੈਟਿੰਗ ਔਰ ਸਿਚੁਏਸ਼ਨਸ ਗਿਵ ਅਟੈਂਸ਼ਨ ਬਾਈ ਦਾ ਚੁਆਇਸ ਓਪਨ ਟੂ ਦਾ ਐਕਸਪੀਰੀਅੰਸ, ਜਿਸ ਦੇ ਵਿੱਚ ਰਾਜੇ ਅਸੀਂ ਸਿਰਫ ਕੀ ਕਰਦੇ ਹਾਂ, ਰਿਸੀਵ ਕਰਦੇ ਹਾਂ। ਰਿਸਪੌਂਡ ਕਰਦੇ ਹਾਂ, ਵਿਲਿੰਗਲੀ ਪਾਰਟੀਸਪੇਟ ਕਰ ਦਿਆਂਗੇ ਅਸੀਂ, ਵਲੰਟਰ ਫਾਈਂਡ ਸੈਟਿਸਫਿਕੇਸ਼ਨ ਇਨ ਦੀ ਪਾਰਟੀਸਪੇਟ ਰੈਡੀ ਟੂ ਰਿਸਪੌਂਡ, ਮਤਲਬ ਕਿਸੇ ਵੀ ਚੀਜ਼ ਵਾਸਤੇ ਅਸੀਂ ਕੀ ਕਰਦੇ ਹਾਂ, ਰਿਸਪੌਂਸ ਕਰਦੇ ਹਾਂ, ਆਪਣਾ ਕੁਝ ਦੱਸਦੇ ਹਾਂ। ਵੈਲਿਊਇੰਗ ਮੋਟੀਵੇਟ ਟੂ ਇਨਵੈਸਟ, ਮਤਲਬ ਤੁਸੀਂ ਕੀ ਹੋ ਗਏ, ਮੋਟੀਵੇਟਡ ਟੂ ਇਨਵੈਸਟ ਕਰਨ ਦੇ ਵਿੱਚ, ਚੂਜ਼ ਟੂ ਬਿਹੇਵ ਇਨ ਦੀ ਸਰਟਨ ਵੇ ਫ੍ਰੀਕੁਐਂਟਲੀ ਬੀਂਗ ਟੂ, ਇਹਨਾਂ ਰਾਜੇ ਕਰਨ ਦੀ ਜ਼ਰੂਰਤ ਨਹੀਂ, ਬਸ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਇੱਕ ਇਸ ਦੇ ਵਿੱਚ ਜ਼ਿਆਦਾ ਕੀ ਪੁੱਛਦੇ ਨੇ, ਕੁਛ ਕੀ ਪੁੱਛਦੇ ਨੇ, ਤੁਹਾਡਾ ਇਹਦਾ ਆਰਡਰ ਪੁੱਛਦੇ ਨੇ, ਪਹਿਲਾਂ ਰਿਸੀਵ ਕਰੋਗੇ, ਰਿਸਪੌਂਡ ਕਰੋਗੇ, ਵੈਲਿਊ ਔਰਗੇਨਾਈਜ਼ ਅਤੇ ਕਰੈਕਟਰਾਈਜ਼, ਉਸ ਤੋਂ ਬਾਅਦ ਰਾਜੇ ਇਸ ਦੇ ਵਿੱਚ ਜ਼ਿਆਦਾ ਇੰਨਾ ਕੁਝ ਪੁੱਛਦੇ ਨਹੀਂ ਹੈਗੇ, ਬਸ ਇੰਨਾ ਜ਼ਿਆਦਾ ਡੀਪ ਕਰਨ ਦੀ ਜ਼ਰੂਰਤ ਹੈ ਨਹੀਂ ਗੀ। ਠੀਕ ਹੈ, ਤਾਂ ਨੈਕਸਟ ਹੈ ਦੇਖੋ ਰਾਜੇ, ਇਸ ਦੇ ਵਿੱਚ ਕੀ ਪੁੱਛਿਆ, ਡੈਸ਼ ਰੈਫਰਸ ਟੂ ਅ ਬ੍ਰੌਡ ਰੇਂਜ ਆਫ ਔਟਿਜ਼ਮ ਡਿਸਆਰਡਰਸ ਇਨਕਲੂਡਿੰਗ ਦੀ ਕਲਾਸੀਕਲ ਐਂਡ ਸੀਵੀਅਰ ਫਾਰਮਸ ਆਫ ਔਟਿਜ਼ਮ, ਔਟਿਜ਼ਮ ਦੇ ਕਲਾਸੀਕਲ ਅਤੇ ਗੰਭੀਰ ਰੂਪਾਂ ਸਮੇਤ ਔਟਿਜ਼ਮ ਵਿਕਾਰ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਕੀ ਦਿੰਦਾ ਹੈ, ਹਵਾਲਾ ਦਿੰਦਾ ਹੈ। ਤਾਂ ਦੇਖੋ ਰਾਜੇ ਨੇ ਕਿਹੜਾ ਦੱਸਣਾ ਵੀ ਕਿਹੜੀ ਸ਼੍ਰੇਣੀ ਦਾ ਹਵਾਲਾ ਦਿੰਦਾ ਹੈ, ਔਟਿਜ਼ਮ ਸਪੈਕਟਰਮ ਡਿਸਆਰਡਰ, ADHD ਔਟਿਜ਼ਮ ਸਪੈਸੀਫਿਕ ਡਿਸਆਰਡਰ। ਤਾਂ ਰਾਜੇ ਇਹਦੇ ਵਿੱਚ ਜਿਹੜਾ ਤੁਹਾਡਾ ਕਰੈਕਟ ਆਨਸਰ ਬਣੂਗਾ ਉਹ ਕੀ ਬਣੂਗਾ, ਏ ਬਣੂਗਾ। ਕਿਹਨੂੰ ਹਵਾਲਾ ਦਿੰਦਾ ਹੈ, ਔਟਿਜ਼ਮ ਸਪੈਕਟਰਮ ਡਿਸਆਰਡਰ, ASD, ਯਾਦ ਰੱਖਿਓ ਤੁਸੀਂ ਰਾਜੇ, ASD ਔਟਿਜ਼ਮ ਸਪੈਕਟਰਮ ਡਿਸਆਰਡਰ। ਪਤਾ ਲੱਗ ਗਿਆ ਰਾਜੇ। ਦੇਖੋ ਔਟਿਜ਼ਮ ਸਪੈਕਟਰਮ ਡਿਸਆਰਡਰ ਇਜ਼ ਅ ਬਰੋਡ ਟਰਮ ਦੈਟ ਰੈਫਰਸ ਟੂ ਦੀ ਵਾਈਡ ਰੇਂਜ ਆਫ ਔਟਿਜ਼ਮ ਡਿਸਆਰਡਰ ਇਨਕਲੂਡਿੰਗ ਕਲਾਸੀਕਲ ਐਂਡ ਸੀਵੀਅਰ ਫਾਰਮਸ। ਪਤਾ ਲੱਗ ਗਿਆ ਰਾਜੇ।
ASD ਹੈ ਜਿਹੜਾ ਨਿਊਰੋ ਡਿਵੈਲਪਮੈਂਟ ਹੈ, ਇਹ ਸਾਡੀ ਦਿਮਾਗੀ ਕੀ ਹੁੰਦੀ ਹੈ ਰਾਜੇ ਡਿਵੈਲਪਮੈਂਟ ਡਿਸਆਰਡਰ ਹੈਗਾ, ਠੀਕ ਹੈ, ਜਿਹੜਾ ਸਾਡੇ ਨਿਊਰੋ ਦਿਮਾਗ ਦੇ ਨਾਲ ਕੀ ਹੁੰਦਾ ਰਿਲੇਟਡ ਹੁੰਦਾ ਹੈ। ਕਰੈਕਟਰਾਈਜ਼ਡ ਬਾਈ ਦਾ ਚੈਲੰਜਸ ਇਨ ਸੋਸ਼ਲ ਕਮਿਊਨੀਕੇਸ਼ਨ, ਮਤਲਬ ਇਸ ਦੇ ਨਾਲ ਕੀ ਹੁੰਦਾ ਸਾਨੂੰ ਜਿਹੜੀ ਸੋਸ਼ਲ ਸਮਾਜ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਠੀਕ ਹੈ, ਡਿਸਆਰਡਰ ਹੋ ਜਾਂਦਾ ਹੈ। ਅਤੇ ਰਿਪੀਟੇਟਿਵਲੀ ਬਿਹੇਵੀਅਰ, ਅਸੀਂ ਇੱਕੋ ਤਰ੍ਹਾਂ ਦਾ ਬਿਹੇਵ ਹੈ ਜਿਹੜਾ ਦੁਬਾਰਾ ਰਿਪੀਟ ਕਰਦੇ ਰਹਿਣੇ ਆ। ਪਤਾ ਲੱਗ ਗਿਆ ਰਾਜੇ ਮੋਸਟ ਕਾਮਨਲੀ ਆਇਡੈਂਟੀਫਾਈਡ ਫਾਰਮ ਆਫ ਇੰਟੈਲੈਕਚੁਅਲ ਡਿਸੇਬਿਲਿਟੀ ਵਿਚ ਇਜ਼ ਜਰਨਲੀ ਟਰਾਂਸਮਿਟਡ, ਕਹਿੰਦੇ ਬੌਧਿਕ ਅਪੰਗਤਾ ਦਾ ਸਭ ਤੋਂ ਆਮ ਤੌਰ 'ਤੇ ਪਛਾਣਿਆ ਜਾਣ ਵਾਲਾ ਰੂਪ ਜੋ ਕਿ ਜੈਨੇਟਿਕ ਤੌਰ 'ਤੇ ਪ੍ਰਸਾਰਿਤ ਹੁੰਦਾ ਹੈ। ਤਾਂ ਦੇਖੋ ਰਾਜੇ ਕਿਹੜਾ ਹੈਗਾ ਜੈਨੇਟਿਕ ਸਿੰਡਰੋਮ ਨਹੀਂ ਹੁੰਦਾ ਹੈਗਾ, ਬਰਥ ਡਿਸਆਰਡਰ ਸਿੰਡਰੋਮ ਨਹੀਂ ਹੁੰਦਾ ਹੈਗਾ, ਇੰਟੈਲੈਕਚੁਅਲ ਡਿਸਆਰਡਰ ਬੁੱਧੀ ਦਾ ਨਹੀਂ ਹੁੰਦਾ ਹੈਗਾ, ਡਾਊਨ ਸਿੰਡਰੋਮ ਰਾਜੇ ਬਿਲਕੁਲ ਕਰੈਕਟ ਆ ਤੁਹਾਡਾ ਬੀ ਆਪਸ਼ਨ। ਤਾਂ ਦੇਖੋ ਰਾਜੇ ਜਿਹੜਾ ਮੋਸਟ ਕਾਮਨ ਹੈਗਾ ਆਇਡੈਂਟੀਫਾਈ ਕੀਤਾ ਇੰਟੈਲੈਕਚੁਅਲ ਡਿਸਐਬਿਲਿਟੀ, ਠੀਕ ਹੈ। ਤਾਂ ਦੇਖੋ ਰਾਜੇ ਇਸ ਦੇ ਵਿੱਚ ਜਿਹੜਾ ਕੀ ਹੋ ਜਾਂਦੀ ਹੈ ਟਰਾਂਸਮਿਟ ਹੋ ਜਾਂਦੀ ਹੈ, ਮਤਲਬ ਜੇਕਰ ਕੋਈ ਪੇਰੈਂਟਸ ਹੈਗਾ, ਠੀਕ ਹੈ, ਉਹ ਆਪਣਾ ਦਿਮਾਗੀ ਤੌਰ 'ਤੇ ਉਹਨਾਂ ਦੀ ਬੁੱਧੀ ਦੇ ਵਿੱਚ ਡਿਸਐਬਿਲਿਟੀ ਹੈ, ਮਤਲਬ ਉਹ ਕੁਛ ਕੀ ਹੈਗਾ ਉਹਨਾਂ ਨੂੰ ਪੜ੍ਹਨ ਦੇ ਵਿੱਚ ਮਤਲਬ ਆਪਣੇ ਬੁੱਧੀ ਦੇ ਤੌਰ 'ਤੇ, ਠੀਕ ਹੈ, ਥੋੜ੍ਹੇ ਕੀ ਨੇਗੇ ਵੀਕ ਨੇਗੇ, ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਦਾ ਬੁੱਧੀ ਦੇ ਤੌਰ 'ਤੇ ਕੀ ਨੇ ਕੋਈ ਵੀ ਡਿਸਆਰਡਰ ਹੈਗਾ, ਠੀਕ ਹੈ। ਤਾਂ ਰਾਜੇ ਉਹ ਅੱਗੇ ਜੈਨੇਟਿਕਲੀ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਉਹੀ ਜਿਹੜਾ ਡਿਸਆਰਡਰ ਹੈਗਾ ਗੁਣ ਹੈਗਾ, ਠੀਕ ਹੈ, ਮਤਲਬ ਜਿਹੜੀ ਕਟੌਤੀ ਹੈਗੀ ਉਹ ਕੀ ਹੋ ਜੇ ਪਾਸ ਹੋ ਜੇ। ਤਾਂ ਉਹ ਰਾਜੇ ਕਿਸ ਦੇ ਵਿੱਚ ਹੈ, ਤਾਂ ਉਹਨਾਂ ਨੇ ਕਿਹਾ ਹੈਗਾ ਉਸ ਨੂੰ ਕੀ ਕਹਿੰਦੇ ਰਾਜੇ ਡਾਊਨ ਸਿੰਡਰੋਮ, ਠੀਕ ਹੈ, ਜਦੋਂ ਟਰਾਂਸਮਿਟ ਹੋ ਜਾਂਦੀ ਹੈ। ਤਾਂ ਡਾਊਨ ਸਿੰਡਰੋਮ ਇਜ਼ ਅ ਮੋਸਟ ਕਾਮਨ ਜੈਨੇਟਿਕ ਕਾਜ਼ ਆਫ ਇੰਟੈਲੈਕਚੁਅਲ ਡਿਸੇਬਿਲਿਟੀ। ਡਾਊਨ ਸਿੰਡਰੋਮ ਇਜ਼ ਆਲਸੋ ਨੋਨ ਐਜ਼ ਟਰਾਈਸੋਮੀ ਵੀ ਰਾਜੇ ਇਹਨੂੰ ਕਹਿ ਦਿੰਦੇ ਨੇ 21, ਕਿਉਂਕਿ ਦੇਖੋ ਕੀ ਹੁੰਦਾ ਹੈ ਜਿਹੜਾ ਇੱਕ ਆਫਸਪ੍ਰਿੰਗ ਹੁੰਦਾ ਇੱਕ ਬੱਚਾ ਹੁੰਦਾ ਉਸਦੇ ਵਿੱਚ ਰਾਜੇ ਕੀ ਹੁੰਦੇ ਨੇ ਜਿਹੜੇ ਆਪਣੇ ਵਿੱਚ ਕੀ ਹੁੰਦੇ ਨੇ ਪੇਅਰ ਹੁੰਦੇ ਨੇ 23 ਪੇਅਰਸ ਆਫ ਕ੍ਰੋਮੋਸੋਮਸ ਹੁੰਦੇ ਨੇ, ਠੀਕ ਹੈ। ਤਾਂ ਇਹ ਪੇਅਰ ਦੇ ਵਿੱਚ ਹੁੰਦੇ ਨੇ ਰਾਜੇ ਜੋੜੇ ਦੇ ਵਿੱਚ ਹੁੰਦੇ ਨੇ, ਜਿਵੇਂ ਕਿ XX ਹੋ ਗਿਆ, XY ਹੋ ਗਿਆ, ਠੀਕ ਹੈ, ਇੱਦਾਂ ਦੇ ਪੇਅਰਸ ਦੇ ਵਿੱਚ ਹੁੰਦੇ ਨੇਗੇ। ਤਾਂ ਰਾਜੇ ਉਸ ਦੇ ਵਿੱਚੋਂ ਇੱਕ ਪੇਅਰ ਕੀ ਹੁੰਦਾ ਗਾਇਬ ਹੁੰਦਾ ਮਿਸਿੰਗ ਹੁੰਦਾ, ਤਾਂ ਕਰਕੇ ਉਹ ਕੀ ਹੁੰਦੇ ਨੇ ਡਾਊਨ ਹੋ ਜਾਂਦੇ ਨੇ। ਅਸੀਂ ਮਤਲਬ ਇਸ ਤਰ੍ਹਾਂ ਤਰੀਕੇ ਨਾਲ ਯਾਦ ਕਰ ਲੈਂਦੇ ਹਾਂ 23 ਹੋਣੇ ਚਾਹੀਦੇ ਸੀ, ਉਹ ਡਾਊਨ ਹੋ ਕੇ 21 ਹੋ ਗਏ, ਤਾਂ ਉਹਨੂੰ ਡਾਊਨ ਸਿੰਡਰੋਮ ਨੂੰ ਅਸੀਂ ਕੀ ਕਹਾਂਗੇ ਟਰਾਈਸੋਮੀ 21 ਵੀ ਕਹਿ ਦਾਂਗੇ। ਪਤਾ ਲੱਗ ਰਿਹਾ ਰਾਜੇ। ਨੈਕਸਟ ਪੁੱਛਿਆ ਇਨਕਲੂਜਨ ਇਨ ਐਜੂਕੇਸ਼ਨ ਰੈਫਰਸ ਟੂ, ਸਿੱਖਿਆ ਵਿੱਚ ਸ਼ਮੂਲੀਅਤ ਦਾ ਹਵਾਲਾ ਦਿੰਦੀ ਹੈ। ਸਟੂਡੈਂਟਸ ਵਿਦ ਸਪੈਸ਼ਲ ਨੀਡ ਸਪੈਂਡ ਆਲ ਦੇਅਰ ਟਾਈਮ ਵਿਦ ਨੋਰਮਲ ਸਟੂਡੈਂਟ, ਕਹਿੰਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਆਪਣਾ ਸਾਰਾ ਸਮਾਂ ਆਮ ਵਿਦਿਆਰਥੀਆਂ ਨਾਲ ਬਿਤਾਉਂਦੇ ਹਨ। ਸਟੂਡੈਂਟ ਵਿਦ ਸਪੈਸ਼ਲ ਨੀਡ ਸਪੈਂਡ ਹਾਫ ਆਫ ਦੇਅਰ ਟਾਈਮ ਵਿਦ ਨੋਰਮਲ ਸਟੂਡੈਂਟ, ਵਿਸ਼ੇਸ਼ ਲੋੜ ਵਾਲੇ ਜਿਹੜੇ ਸਪੈਸ਼ਲ ਜਿਹੜੇ ਸਟੂਡੈਂਟਸ ਨੇਗੇ ਉਹ ਕੀ ਕਰਦੇ ਨੇ ਆਪਣਾ ਜਿਹੜਾ ਜ਼ਿਆਦਾਤਰ ਸਮਾਂ ਉਹ ਆਮ ਵਿਦਿਆਰਥੀਆਂ ਨਾਲ ਬਿਤਾਉਂਦੇ ਨੇ। ਸਟੂਡੈਂਟ ਵਿਦ ਸਪੈਸ਼ਲ ਨੀਡ ਅਟੈਂਡ ਦੇਅਰ ਸਪੈਸ਼ਲ ਸਕੂਲ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਆਪਣੇ ਵਿਸ਼ੇਸ਼ ਸਕੂਲਾਂ ਵਿੱਚ ਜਾਂਦੇ ਨੇ। ਇੰਟੀਗ੍ਰੇਸ਼ਨ ਆਫ ਸਪੈਸ਼ਲ ਨੀਡਸ ਸਟੂਡੈਂਟਸ ਵਿਦ ਨਾਰਮਲ ਸਟੂਡੈਂਟ ਓਕੇਜ਼ਨਲੀ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦਾ ਕਦੇ ਕਦਾਈ ਆਮ ਵਿਦਿਆਰਥੀ। ਤਾਂ ਦੇਖੋ ਰਾਜੇ ਇੱਥੇ ਕੀ ਕਰਨਾ ਜਿਹੜੇ ਆਲ ਸਟੂਡੈਂਟਸ ਨੇਗੇ ਉਹਨਾਂ ਦਾ ਕੀ ਕੀਤਾ ਜਾਂਦਾ ਵੈਲਕਮ ਸਪੋਰਟ ਇਨ ਸੇਮ ਸਕੂਲ ਦੇ ਵਿੱਚ ਰਿਗਾਰਡ ਦੇਅਰ ਅਬਿਲਿਟੀਜ਼ ਨੀਡਸ ਔਰ ਬੈਕਗਰਾਊਂਡ, ਮਤਲਬ ਇੱਕ ਅਸੀਂ ਇਹ ਨਹੀਂ ਕਹਿਣਾ ਕਿ ਇਹ ਬੱਚਾ ਸਮਝ ਨਹੀਂ ਸਕਦਾ, ਇਹਨੂੰ ਘੱਟ ਬੁੱਧੀ ਹੈਗੀ ਹੈ ਨਾ, ਜਾਂ ਇਹ ਮਤਲਬ ਕੀ ਹੈਗਾ ਸਮਝਣ ਦੇ ਯੋਗ ਨਹੀਂ ਹੈਗਾ, ਇਹਨੂੰ ਅਲੱਗ ਕਲਾਸ ਦੇ ਵਿੱਚ ਬਿਠਾ ਦਿਓ, ਅਲੱਗ ਸਕੂਲ ਦੇ ਵਿੱਚ ਲੈ ਕੇ ਜਾਓ, ਨਹੀਂ ਰਾਜੇ। ਤਾਂ ਇਸ ਦੇ ਨਾਲ ਬੱਚਾ ਡੀਮੋਟੀਵੇਟ ਹੋ ਜਾਂਦਾ ਹੈਗਾ, ਠੀਕ ਹੈ। ਬੱਚਿਆਂ ਨੂੰ ਅਸੀਂ ਕੀ ਕਰਨਾ ਨਾਰਮਲ ਸਕੂਲ ਦੇ ਵਿੱਚ ਹੀ ਰੱਖਣਾ, ਅਤੇ ਨਾਰਮਲ ਬੱਚਿਆਂ ਦੇ ਨਾਲ ਹੀ ਉਹਨੂੰ ਨਾਰਮਲ ਕੀ ਕਰਨੀ ਹੈ ਪੜ੍ਹਾਈ ਕਰਵਾਉਣੀ ਹੈ, ਨਾਰਮਲ ਉਸ ਦੇ ਨਾਲ ਬਿਹੇਵ ਕਰਨਾ ਹੈਗਾ। ਪਤਾ ਲੱਗ ਗਿਆ ਰਾਜੇ। ਤਾਂ ਨੈਕਸਟ ਜਿਹੜਾ ਕੁਐਸਚਨ ਹੈ, ਅ ਟੀਚਰ ਇਜ਼ ਯੂਜ਼ਿੰਗ ਐਨ ਅਲਟਰਨੇਟਿਵ ਕੰਪਿਊਟਰ ਕੀਬੋਰਡਸ ਟੂ ਫੈਸਿਲੀਟੇਟ ਲਰਨਿੰਗ ਆਫ ਚਿਲਡਰਨ ਸਫਰਿੰਗ ਫਰੋਮ ਦਾ ਸੈਰੀਬਰਲ ਪਾਲਸੀ ਇਜ਼ ਐਨ ਐਗਜ਼ਾਮਪਲ ਆਫ ਵਿਚ ਟਾਈਪ ਆਫ ਟੈਕਨੋਲੋਜੀ। ਦਿਮਾਗੀ ਅਧਰੰਗ ਜਿਹੜੇ ਦਿਮਾਗੀ ਤੌਰ 'ਤੇ ਕੀ ਨੇ ਅਧਰੰਗਿਤ ਬੱਚੇ ਨੇਗੇ, ਪੀੜਤ ਬੱਚੇ ਦੇ ਸਿੱਖਣ ਦੀ ਸਹੂਲਤ ਵਾਸਤੇ ਇੱਕ ਅਧਿਆਪਕ ਵਿਕਲਪਿਕ ਕੀਬੋਰਡ ਵਰਤ ਰਿਹਾ ਹੈਗਾ। ਇਹ ਕਿਸ ਕਿਸਮ ਦੀ ਟੈਕਨੋਲੋਜੀ ਹੈ? ਇੰਸਟਰਕਸ਼ਨਲ ਟੈਕਨੋਲੋਜੀ ਹੈ, ਅਸਿਸਟਿਵ ਟੈਕਨੋਲੋਜੀ ਹੈ, ਕੰਪਿਊਟਰ ਅਸਿਸਟਿਡ ਟੈਕਨੋਲੋਜੀ ਹੈ, ਜਾਂ ਫਿਰ ਕੰਪਲੈਕਸ ਹਾਈਪਰ ਮੀਡੀਆ। ਤਾਂ ਦੱਸੋ ਰਾਜੇ ਇਸ ਦੇ ਵਿੱਚ ਕੀ ਆਪਸ਼ਨ ਆਉਣੀ ਚਾਹੀਦੀ ਹੈ ਤੁਹਾਡੇ ਅਕੋਰਡਿੰਗ? ਕਰੈਕਟ ਜਿਹੜੀ ਹੈਗੀ ਅਸਿਸਟਿਵ ਟੈਕਨੋਲੋਜੀ ਸੀ ਆਪਸ਼ਨ ਹੈ ਜਿਹੜੀ ਬਿਲਕੁਲ ਕਨੈਕਟ ਹੈ ਸਹਾਇਕ ਟੈਕਨੋਲੋਜੀ, ਕਿਉਂਕਿ ਕੀਬੋਰਡ ਹੈਗਾ ਜਿਹੜਾ ਉਹ ਕੀ ਕਰਦਾ ਜਿਹੜੇ ਸੈਰਬਰਲ ਪਾਲਸੀ ਦੇ ਬੱਚੇ ਨੇਗੇ ਹੈ ਨਾ ਦਿਮਾਗੀ ਤੌਰ 'ਤੇ ਅਧਰੰਗਿਤ ਨੇ ਉਹਨਾਂ ਨੂੰ ਕੀ ਕਰਦਾ ਸਹਾਇਤਾ ਕਰਦਾ, ਸਹਾਇਕ ਟੈਕਨੋਲੋਜੀ ਦੇ ਤੌਰ 'ਤੇ ਨਿਰਦੇਸ਼ ਨਹੀਂ ਕਰਦੇ, ਇੰਸਟਰਕਸ਼ਨਸ ਨਹੀਂ ਦਿੰਦੇ। ਕੰਪਲੈਕਸ ਅਸੀਂ ਵਿਚਾਰੇ ਪਹਿਲਾਂ ਹੀ ਉਹ ਤਾਂ ਪੀੜਤ ਨੇਗੇ, ਅਸੀਂ ਉਹਨੂੰ ਹੋਰ ਕੰਪਲੈਕਸ ਨਹੀਂ ਬਣਾਉਂਦੇ। ਕੰਪਿਊਟਰ ਅਸਿਸਟਡ ਟੈਕਨੋਲੋਜੀ ਨਹੀਂ ਹੈਗੀ ਜਿਹੜਾ ਦਾ ਆਪਸ਼ਨ ਬਣੂਗਾ ਡੀ ਆਪਸ਼ਨ ਸੀ ਆਪਸ਼ਨ ਬਿਲਕੁਲ ਕਰੈਕਟ ਬਣੂਗਾ। ਇਸ ਦੇ ਵਿੱਚ ਅਸੀਂ ਐਕਸਪਲੇਨੇਸ਼ਨ ਦੇ ਪੜ੍ਹ ਲੈਂਦੇ ਹਾਂ। ਅਸਿਸਟਿਵ ਡਿਵਾਈਸ ਆਰ ਸਪੈਸ਼ਲਾਈਜ਼ਡ ਟੈਕਨੋਲੋਜੀ ਦੈਟ ਪ੍ਰੋਵਾਈਡ ਇੰਡੀਵਿਜੂਅਲ ਵਿਦ ਸੈਰੀਬਰਲ ਪਾਲਸੀ ਓਪਰਚੁਨਿਟੀ ਟੂ ਇੰਜੋਏ ਲਾਈਫ ਐਂਡ ਮੋਰ ਇੰਡੀਪੈਂਡੈਂਟਲੀ। ਜਿਹੜੇ ਸੈਰੀਬਰਲ ਪਾਲਸੀ ਦੇ ਬੱਚੇ ਹੁੰਦੇ ਨੇਗੇ ਦਿਮਾਗੀ ਤੌਰ 'ਤੇ ਅਧਰੰਗ ਹੁੰਦੇ ਨੇ, ਅਸਿਸਟਿਵ ਟੈਕਨੋਲੋਜੀ ਉਹਨਾਂ ਨੂੰ ਪ੍ਰੋਵਾਈਡ ਕਰਦੀ ਹੈਗੀ, ਉਹਨਾਂ ਨੂੰ ਓਪਰਚੁਨਿਟੀਜ਼ ਦਿੰਦੀ ਹੈ, ਮੌਕੇ ਦਿੰਦੀ ਹੈ ਆਪਣੀ ਲਾਈਫ ਨੂੰ ਇੰਜੋਏ ਕਰਨ ਦੇ, ਇੰਡੀਪੈਂਡੈਂਟ ਰਹਿਣ ਦੇ, ਕਿਸੇ ਦੇ ਉੱਪਰ ਡਿਪੈਂਡ ਨਹੀਂ ਹੋਣਾ, ਠੀਕ ਹੈ।
ਡੈਸ਼ ਆਰ ਦੀ ਪ੍ਰੋਬਲਮਸ ਇਨ ਪ੍ਰੋਨਾਊਂਸਿੰਗ ਸਾਊਂਡਸ ਕਰੈਕਟਲੀ। ਆਵਾਜ਼ਾਂ ਦਾ ਸਹੀ ਉਚਾਰਨ ਕਰਨ ਵਿੱਚ ਸਮੱਸਿਆ ਆਉਂਦੀ ਹੈਗੀ ਜਦੋਂ ਅਸੀਂ ਆਵਾਜ਼ ਦਾ ਰਾਜੇ ਸਹੀ ਤਰੀਕੇ ਨਾਲ ਉਚਾਰਨ ਨਹੀਂ ਕਰ ਸਕਦੇ। ਤਾਂ ਪ੍ਰਵਾਹ ਵਿਕਾਰ, ਫਲੂਐਂਸੀ ਡਿਸਆਰਡਰ, ਵੌਇਸ ਡਿਸਆਰਡਰ, ਆਰਟੀਕੂਲੇਸ਼ਨ ਡਿਸਆਰਡਰ ਜਾਂ ਫਿਰ ਲੈਂਗੁਏਜ ਡਿਸਆਰਡਰ। ਦੇਖੋ ਰਾਜੇ ਜਦੋਂ ਅਸੀਂ ਕੀ ਨਹੀਂ ਕਰ ਸਕਦੇ, ਆਪਣੇ ਜਿਹੜੇ ਸਾਊਂਡ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਨਾਊਂਸ ਨਹੀਂ ਕਰ ਸਕਦੇ, ਫਲੂਐਂਸੀ ਨਹੀਂ ਆਉਂਦਾ ਰਾਜੇ। ਫਲੂਐਂਸੀ ਦੇ ਵਿੱਚ ਕੀ ਹੁੰਦਾ, ਵਰਡਸ ਹੁੰਦੇ ਨੇਗੇ ਜਿਹੜੇ ਹੈ ਨਾ, ਮਤਲਬ ਜਿਹੜਾ ਕੋਈ ਅਸੀਂ ਕਿਸੇ ਵੀ ਚੀਜ਼ ਨੂੰ ਪੜ੍ਹ ਰਹੇ ਹਾਂ ਤਾਂ ਉਹ ਫਲੂਐਂਟਲੀ ਦਾ ਨਹੀਂ ਹੈਗਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਸਾਊਂਡ ਦੀ ਪ੍ਰੋਬਲਮ ਹੈ। ਵੌਇਸ ਡਿਸਆਰਡਰ ਨਹੀਂ ਹੈਗਾ ਰਾਜੇ, ਆਵਾਜ਼ ਦੀ ਨਹੀਂ ਹੈਗੀ। ਤਾਂ ਲੈਂਗੁਏਜ ਦਾ ਵੀ ਨਹੀਂ ਹੈਗਾ। ਆਰਟੀਕੂਲੇਸ਼ਨ ਹੈਗਾ ਰਾਜੇ, ਆਰਟੀਕੂਲੇਸ਼ਨ ਬੀ ਤੁਹਾਡਾ ਬਿਲਕੁਲ ਕਰੈਕਟ ਆਊਗਾ। ਜਿੱਥੇ ਤੁਹਾਡਾ ਆ ਗਿਆ ਪ੍ਰੋਨਾਊਂਸ ਨਹੀਂ ਕਰ ਸਕਦੇ ਅਸੀਂ ਸਾਊਂਡ ਨੂੰ ਕਰੈਕਟਲੀ, ਹੈ ਨਾ, ਤਾਂ ਉੱਥੇ ਤੁਹਾਡੀ ਆਰਟੀਕੂਲੇਸ਼ਨ ਡਿਸਆਰਡਰ ਹੈ ਜੀ, ਠੀਕ ਹੈ, ਪਤਾ ਲੱਗ ਗਿਆ। ਆਰਟੀਕੂਲੇਸ਼ਨ ਡਿਸਆਰਡਰਸ ਆਰ ਦਾ ਸਪੀਚ ਡਿਸਆਰਡਰ ਦੈਟ ਇਨਵੋਲਵ ਡਿਫੀਕਲਟੀ ਇਨ ਪ੍ਰੋਨਾਊਂਸਿੰਗ ਸਾਊਂਡ ਕਰੈਕਟਲੀ। ਕਿਸੇ ਵੀ ਸਾਊਂਡ ਨੂੰ ਪ੍ਰੋਨਾਊਂਸ ਕਰਨ ਦੇ ਵਿੱਚ ਸਾਨੂੰ ਡਿਫੀਕਲਟੀ ਆਉਂਦੀ ਹੈ, ਉਸਨੂੰ ਆਰਟੀਕੂਲੇਟ ਡਿਸਆਰਡਰ ਕਹਿੰਦੇ ਆਗੇ, ਪਤਾ ਲੱਗ ਗਿਆ ਰਾਜੇ। ਨੈਕਸਟ ਕੁਐਸਚਨ ਹੈਗਾ ADHD ਸਟੈਂਡਸ ਫॉर ਅਟੈਂਸ਼ਨ ਡਿਸਆਰਡਰ, ਹਾਈਪਰ ਐਕਟੀਵਿਟੀ ਡਿਫੈਕਟ, ਅਟੈਂਸ਼ਨ ਡੈਫੀਕਟ ਐਂਡ ਹਾਈਪਰ ਐਕਟੀਵਿਟੀ ਡਿਸਆਰਡਰ, ਅਟੈਂਸ਼ਨ ਡਿਫੈਕਟ ਐਂਡ ਹਾਈਪਰ ਐਕਟੀਵਿਟੀ ਡਿਸਆਰਡਰ, ਅਟੈਂਸ਼ਨ ਡਿਸਆਰਡਰ, ਹਾਈਪਰ ਟੈਂਸ਼ਨ ਡਿਫੈਕਟ। ਤਾਂ ਦੇਖੋ ਰਾਜੇ ADHD ਦਾ ਅਰਥ ਕੀ ਹੈਗਾ, ਅਟੈਂਸ਼ਨ ਡਿਸਆਰਡਰ ਐਂਡ ਹਾਈਪਰ ਐਕਟੀਵਿਟੀ ਡਿਫੈਕਟ, attention deficiency and hyperactivity disorder, attention defect and hyperactivity disorder, attention disorder and hyperactivity defect। ਤਾਂ ਦੇਖੋ ਰਾਜੇ ਇਸ ਵਿੱਚ ਜਿਹੜਾ ਤੁਹਾਡਾ ਕਰੈਕਟ ਆਨਸਰ ਬਣੂਗਾ ਉਹ ਕੀ ਬਣੂਗਾ ਰਾਜੇ, ਬੀ ਤੁਹਾਡਾ ਬਿਲਕੁਲ ਕਰੈਕਟ ਆਪਸ਼ਨ ਬਣੂਗੀ। ਤਾਂ ਇਸ ਦੇ ਵਿੱਚ ਦੇਖੋ ADHD ਕੀ ਹੁੰਦਾ, ਅਟੈਂਸ਼ਨ ਡੈਫੀਸ਼ੀਐਂਸੀ ਐਂਡ ਹਾਈਪਰ ਐਕਟੀਵਿਟੀ ਡਿਸਆਰਡਰ। ਤਾਂ ਦੇਖੋ ਰਾਜੇ ਅੱਜ ਦੀ ਕਲਾਸ ਦੇ ਲਈ ਹੀ ਅਸੀਂ ਇੰਨਾ ਹੀ ਰੱਖਦੇ ਹਾਂ। ਅਸੀਂ ਇਸ ਤੋਂ ਬਾਅਦ ਨੈਕਸਟ ਕਲਾਸ ਦੇ ਵਿੱਚ ਅਸੀਂ ਹੋਰ ਪ੍ਰੀਵੀਅਸ ਕੁਐਸਚਨਸ ਦੇ ਨਾਲ, ਪ੍ਰੀਵੀਅਸ ਵਧੀਆ ਬੈਟਰ ਐਕਸਪਲੇਨੇਸ਼ਨ ਦੇ ਨਾਲ ਅਸੀਂ ਕਲਾਸ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਅੱਜ ਦੀ ਕਲਾਸ ਸਾਡੀ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰਕੇ ਜ਼ਰੂਰ ਜਾਓ ਅਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ। ਜੇਕਰ ਤੁਹਾਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਡਾਊਟ ਹੈ ਜਾਂ ਤੁਸੀਂ ਥਿਊਰੀ ਕਲਾਸ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵੀ ਇਨਕੁਆਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਰਾਜੇ ਦੱਸ ਸਕਦੇ ਹੋ। ਧੰਨਵਾਦ।